किसान वाणी सुन रहे सारे किसान वीरां ते किसान भैणां नूं मेरे गुरलीन सिद्धू वल्लों प्यार भरी सत श्री अकाल। किसान वीरो ते भैणो, अज प्रोग्राम किसान वाणी दे दौरान साडा गलबात दा विशा है सौणे दीआं फसलां दे विच खुराकी तत्तां दी पूर्ति ते इस विषय दे उत्ते जानकारी देण दे लई साडे नाल स्टूडियो दे विच मौजूद ने डॉक्टर सुखविंदर सिंह। डॉक्टर साहब, स्टूडियो पहुंचण ते तुहाडा बहुत-बहुत स्वागत है जी। बहुत-बहुत मेहरबानी है, बहुत-बहुत धन्नवाद जी। डॉक्टर साहब, इस तो पहला कि आपां गलबात दा सिलसिला शुरू करिए, किसान वीरां नूं दस देना चाहुंदे आ कि जे कोई भी सवाल है उन्हां दा सौणी दीआं फसलां दे विच खुराकी तत्तां दे संबंध दे विच तां साडे स्टूडियो दा नंबर 0164 2240 331 ਉਹ डायल कर सकते ने। इस दे नाल ही जिवें कि किसान वीरो ਤੁਸੀਂ ਇਸ ਗੱਲ ਤੋਂ ਭਲੀ ਭਾਂਤੀ ਜਾਣਿਓ ਕਿ ਕੋਈ ਵੀ ਫਸਲ ਹੈ ਤਾਂ ਉਸ ਦੇ ਲਈ ਖੁਰਾਕੀ ਤੱਤਾਂ ਦੀ ਕੀ ਅਹਿਮੀਅਤ ਹੈ, ਪਰ ਫਿਰ ਵੀ ਇੱਕ ਵਾਰ ਡਾਕਟਰ ਸਾਹਿਬ ਤੋਂ ਜਾਣ ਲੈਂਦੇ ਆ ਕਿ ਡਾਕਟਰ ਸਾਹਿਬ, ਜੇਕਰ ਖੁਰਾਕੀ ਤੱਤਾਂ ਦੀ ਗੱਲ ਕਰੀਏ ਤਾਂ ਸੌਣੀ ਦੀਆਂ ਫਸਲਾਂ ਦੇ ਵਿੱਚ ਕਿਹੜੇ-ਕਿਹੜੇ ਖੁਰਾਕੀ ਤੱਤ ਹੈ ਜਿਹੜੇ ਅਹਿਮ ਭੂਮਿਕਾ ਨਿਭਾਉਂਦੇ ਨੇ? ਮੈਮ, ਸਭ ਤੋਂ ਪਹਿਲਾਂ ਤਾਂ ਇਹ ਗੱਲ ਜਿਹੜੀ ਹੈਗੀ ਆ ਉਹ ਬੇਸ਼ੱਕ ਫਸਲ ਸੌਣੀ ਦੀ ਹੈ ਜਾਂ ਹਾੜੀ ਦੀ ਹੈ ਜੀ, ਵੀ ਕਿਸੇ ਵੀ ਫਸਲ ਨੂੰ, ਕਿਸੇ ਵੀ ਪੌਦੇ ਨੂੰ ਆਪਣਾ ਜੀਵਨ ਚੱਕਰ ਪੂਰਾ ਕਰਨ ਲਈ ਜਿਹੜੇ ਖੁਰਾਕੀ ਤੱਤ ਚਾਹੀਦੇ ਨੇ ਜੀ, ਮੋਟੇ ਤੌਰ ਤੇ ਜੇ ਅਸੀਂ ਗੱਲ ਕਰ ਲਈਏ ਤਾਂ ਉਹ 17 ਨੇ, ਜਿਹਦੇ ਚੋਂ ਨਾਈਟ੍ਰੋਜਨ ਇੱਕ ਹੈ, ਫਾਸਫੋਰਸ, ਪੋਟਾਸ਼ ਜਿਹੜੇ ਕਹਿੰਦੇ ਨੇ ਕਿ ਵੱਡੇ ਤੱਤ ਨੇ ਜਾਂ ਬਹੁਤ ਜ਼ਰੂਰੀ ਤੱਤ ਨੇ, ਕਿਉਂਕਿ ਇਹਨਾਂ ਦੀ ਮਾਤਰਾ ਵੀ ਜ਼ਿਆਦਾ ਲੋੜੀਂਦੀ ਹੁੰਦੀ ਹੈ। ਔਰ ਉਹਦੇ ਨਾਲ ਉਸ ਤੋਂ ਬਾਅਦ ਆ ਜਾਂਦੇ ਕੈਲਸ਼ੀਅਮ, ਮੈਗਨੀਸ਼ੀਅਮ ਜਾਂ ਸਲਫਰ ਸੈਕੰਡਰੀ ਰੂਪ ਚ ਜਿਹੜੇ ਹੈਗੇ ਆ। ਇਹਦੇ ਨਾਲ ਜ਼ਿਆਦਾ ਅਹਿਮੀਅਤ ਜਿਹੜੀ ਹੈਗੀ ਆ ਸੂਖਮ ਤੱਤ ਰੱਖਦੇ ਨੇ, ਉਹ ਹੈਗੇ ਨੇ ਲੋਹਾ, ਜਿਹਨੂੰ ਅਸੀਂ ਕਹਿੰਦੇ ਨੇ ਆਇਰਨ ਹੈ, ਜ਼ਿੰਕ ਹੈ, ਮੈਗਨੀਜ਼ ਹੈ, ਕਾਪਰ ਹੈ ਜਾਂ ਬੋਰੋਨ ਹੈ, ਕਿਉਂਕਿ ਇਹ ਸੂਖਮ ਤੱਤ ਜਾਂ ਲਘੂ ਤੱਤ ਕਹਿ ਲਓ ਜਾਂ ਛੋਟੇ ਤੱਤ ਕਹਿ ਲਓ, ਕਿਉਂਕਿ ਇਹਨਾਂ ਦੀ ਇੰਪੋਰਟੈਂਸ ਤਾਂ ਵੱਡੇ ਤੱਤਾਂ ਜਿੰਨੀ ਹੋਈ ਹੈ, ਬਟ ਇਹਨਾਂ ਦੀ ਮਾਤਰਾ ਉਹਨਾਂ ਦੇ ਮੁਕਾਬਲੇ ਘੱਟ ਲੋੜੀਂਦੀ ਹੁੰਦੀ ਹੈ। ਇਹ ਸਾਰਿਆਂ ਦਾ ਜਿਹੜਾ ਹੈਗਾ ਕਹਿ ਲਈ ਕਿ ਬੈਲੈਂਸਡ ਰੂਪ ਚ ਜਿਹੜੇ ਹੈਗੇ ਆ ਇਹ ਫਸਲ ਦੇ ਝਾੜ ਨੂੰ ਪ੍ਰਭਾਵਿਤ ਕਰਦੇ ਨੇ। ਜੇਕਰ ਕਿਸੇ ਵੀ ਇੱਕ ਤੱਤ ਦੀ ਕਿਤੇ ਕਮੀ ਰਹਿ ਜਾਂਦੀ ਹੈ ਤਾਂ ਸਾਨੂੰ ਜਿਹੜਾ ਹੈਗਾ ਬੇਸ਼ੱਕ ਉਹ ਕਿਸ ਤਰ੍ਹਾਂ ਦੀ ਵਧੀਆ ਕਿਸਮ ਅਸੀਂ ਜਿਹੜੀ ਸਿਲੈਕਟ ਕੀਤੀ ਹੈ, ਕਿਸ ਤਰ੍ਹਾਂ ਦਾ ਵੀ ਜਿਹੜਾ ਹੋਰ ਬੰਦੋਬਸਤ ਅਸੀਂ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਔਰ ਕਿਸੇ ਤਰ੍ਹਾਂ ਦੀ ਜਿਹੜੀ ਸਾਡੀ ਜ਼ਮੀਨ ਜਿਹੜੀ ਹੈਗੀ ਆ ਉਹ ਹੈਗੀ ਆ, ਜਾਂ ਕਿਤੇ ਨਾ ਕਿਤੇ ਜਿਹੜਾ ਕਿ ਜੇ ਖੁਰਾਕੀ ਤੱਤਾਂ ਦਾ ਇੰਬੈਲੈਂਸ ਹੈਗਾ ਤਾਂ ਸਾਡਾ ਜਿਹੜਾ ਹੈਗਾ ਉਹ ਪੂਰਾ ਮਕਸਦ ਜਿਹੜਾ ਕਿ ਝਾੜ ਵੱਧ ਪ੍ਰਾਪਤ ਕਰਨ ਦਾ ਉਹ ਅਧੂਰਾ ਰਹਿ ਜਾਂਦਾ। ਔਰ ਉਹਦੇ ਨਾਲ ਚੰਗੀ ਗੁਣਵੱਤਾ ਦੀ ਜਿਹੜੀ ਫਸਲ ਹੈ ਉਹ ਖੁਰਾਕੀ ਤੱਤਾਂ ਦੀ ਘਾਟ ਦੇ ਕਾਰਨ ਉਨੀ ਵਧੀਆ ਸਾਨੂੰ ਨਹੀਂ ਮਿਲਦੀ। ਬਿਲਕੁਲ, ਹਾਂਜੀ, ਬਿਲਕੁਲ ਜੀ। ਡਾਕਟਰ ਸਾਹਿਬ, ਜੇਕਰ ਇਸ ਦੇ ਨਾਲ ਹੀ ਆਪਾਂ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ? ਜਿਸ ਤਰ੍ਹਾਂ ਪਹਿਲੇ ਸਵਾਲ 'ਚ ਗੱਲ ਕੀਤੀ ਹੈ ਕਿ ਬੈਲੈਂਸਡ ਹੈ ਨਾ, ਸੰਤੁਲਿਤ ਖੁਰਾਕ ਪ੍ਰਬੰਧ ਹੋਣਾ ਚਾਹੀਦਾ। ਉਹ ਸੰਤੁਲਿਤ ਖੁਰਾਕ ਪ੍ਰਬੰਧ ਹਰ ਫਸਲ ਦਾ ਜਾਂ ਹਰ ਕਿਸਮ ਦਾ ਜਿਹੜਾ ਹੈਗਾ ਉਹ ਥੋੜਾ ਬਹੁਤੇ ਫਰਕ ਨਾਲ ਅਲੱਗ-ਅਲੱਗ ਹੋ ਸਕਦਾ। ਔਰ ਉਹਦੇ ਨਾਲ ਕਿਉਂਕਿ ਕਿਹੜੀ ਖੇਤ 'ਚ ਅਸੀਂ ਕਿਹੜੀ ਫਸਲ ਦੀ ਬਿਜਾਈ ਕਰ ਰਹੇ ਹਾਂ, ਉਹ ਫਸਲ ਜਿਹੜੀ ਖੇਤ ਦੀ ਮਿੱਟੀ, ਉਹਦੀ ਸਿਹਤ, ਬੇਸ਼ੱਕ ਉਹ ਰਸਾਇਣਿਕ ਸਿਹਤ ਹੈ, ਬੇਸ਼ੱਕ ਉਹ ਭੌਤਿਕ ਸਿਹਤ ਹੈ, ਬੇਸ਼ੱਕ ਉਹ ਜੈਵਿਕ ਸਿਹਤ ਹੈ, ਇਹ ਤੇ ਵੀ ਇਹ ਨਿਰਭਰ ਕਰਦਾ ਹੈ। ਇਸ ਕਰਕੇ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਸਾਡੇ ਕੋਲ ਜਿਹੜੀ ਹੈਗੀ ਆ ਉਸ ਖੇਤ ਦੀ ਮਿੱਟੀ ਪਰਖ ਰਿਪੋਰਟ ਜ਼ਰੂਰ ਹੋਵੇ ਕਿ ਉਹਦੇ 'ਚ ਜਿਹੜਾ ਹੈਗਾ ਉਹ ਜੈਵਿਕ ਮਾਦਾ ਪਾਰਟੀਕੂਲਰਲੀ ਆਪਾਂ ਕਹਿ ਲਈਏ ਕਿ ਸਭ ਤੋਂ ਵੱਡਾ ਇੰਡੈਕਸ ਹੈ, ਜਿਹਦੇ ਬੇਸ ਤੇ ਅਸੀਂ ਖਾਦਾਂ ਦੀ ਵਰਤੋਂ ਕਰਨੀ ਹੁੰਦੀ ਹੈ, ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਕਰਨੀ ਹੈ। ਔਰ ਉਹਦੇ ਨਾਲ ਜਿਹੜੇ ਹੈਗੇ ਉਹਦਾ ਤੇਜ਼ਾਬੀਪਣ ਜਾਂ ਖਾਰਾਪਣ, ਜਿਹਨੂੰ ਅਸੀਂ pH ਕਹਿ ਦਿੰਦੇ ਹਾਂ, ਔਰ ਉਹਦੇ 'ਚ ਜਿਹੜੇ ਹੈਗੇ ਲੂਣਾ ਦੀ ਜਿਹੜੀ ਮਾਤਰਾ ਉਹ ਕਿੰਨੀ ਹੈ, ਇਲੈਕਟ੍ਰੀਕਲ ਕੰਡਕਟਿਵਿਟੀ ਜਿਹਨੂੰ ਕਹਿੰਦੇ ਚਾਲਕਤਾ ਕਿਸ ਤਰ੍ਹਾਂ ਦੀ ਹੈ, ਔਰ ਉਹਦੇ ਨਾਲ ਜਿਹੜੇ ਉਪਲਬਧ ਖੁਰਾਕੀ ਤੱਤ, ਜਿਵੇਂ ਅਸੀਂ ਛੋਟੇ ਤੱਤਾਂ ਦੀ ਗੱਲ ਕੀਤੀ ਹੈ ਜਾਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਹੈ, ਇਹਨਾਂ ਤੱਤਾਂ ਦੀ ਗੱਲ ਕੀਤੀ ਹੈ ਵੀ ਇਹ ਕਿਸ ਮਾਤਰਾ ਤੱਕ ਜਾਂ ਕਿਸ ਹੱਦ ਤੱਕ ਸਾਡੀ ਜ਼ਮੀਨ 'ਚ ਉਪਲਬਧ ਨੇ, ਜਿਹੜਾ ਪੌਦਾ ਆਰਾਮ ਨਾਲ ਪ੍ਰਾਪਤ ਕਰ ਸਕਦਾ। ਜੇਕਰ ਉਹਨਾਂ ਦੀ ਮਾਤਰਾ ਘੱਟ ਹੈਗੀ ਆ ਤਾਂ ਫਿਰ ਸਾਨੂੰ ਖਾਦਾਂ ਦੇ ਰੂਪ 'ਚ ਕੁਛ ਨਾ ਕੁਛ ਤੱਤ ਜਿਹੜੇ ਹੈਗੇ ਬਾਹਰੋਂ ਪਾਉਣੇ ਪੈਣਗੇ ਤਾਂ ਕਿ ਜਿਹੜਾ ਸਾਡਾ ਟਾਰਗੇਟ ਯੀਲਡ ਆ, ਜਿਹੜਾ ਸਾਡਾ ਮਤਲਬ ਝਾੜ ਹੈ, ਉਹ ਘਟੇ ਨਾ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਇਹ ਗੱਲ ਕਹੀ ਕਿ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਇੱਕ ਚੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕਿਸ ਤੱਤ ਦੀ ਕਿੰਨੀ ਵਰਤੋਂ ਹੈ ਜਿਹੜੀ ਉਹਨਾਂ ਨੇ ਕਰਨੀ ਹੈ। ਇਸ ਤੋਂ ਇਲਾਵਾ ਸੰਤੁਲਿਤ ਖਾਦ ਦਾ ਜਿਹੜਾ ਪ੍ਰਬੰਧਨ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਇਹ ਪ੍ਰਬੰਧ ਹੈ ਕੀ ਮਹਿਜ਼ ਖਾਦਾਂ ਨੂੰ ਹੀ ਇੱਕ ਚੰਗੇ ਢੰਗ ਨਾਲ ਪਾਉਣਾ ਮੰਨਿਆ ਜਾ ਸਕਦਾ? ਸੰਤੁਲਿਤ ਖਾਦ ਪ੍ਰਬੰਧ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੇਸ਼ੱਕ ਇਹ ਸਿਰਫ ਤੇ ਸਿਰਫ ਖਾਦਾਂ ਜਾਂ ਜਿਹੜੇ ਜ਼ਰੂਰੀ ਤੱਤ ਨੇ ਉਹਨਾਂ ਦੀ ਮਾਤਰਾ ਤੱਕ ਹੈ, ਬਟ ਕਈ ਵਾਰੀ ਜਿਹੜਾ ਹੈਗਾ ਇਹਦੇ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਉਹ ਪਾਣੇ ਕਦੋਂ ਜੀ, ਔਰ ਪਾਣੀ ਕਦੋਂ ਹੈ, ਇਹਦੇ ਨਾਲ ਉਹ ਕਿੰਨੀ ਮਾਤਰਾ 'ਚ ਪਾਣੀ ਹੈ ਔਰ ਪਾਉਣ ਦਾ ਤਰੀਕਾ ਕੀ ਹੈ। ਜਿਵੇਂ ਸਪੋਜ਼ ਕਰੋ ਕਿ ਜਿਹੜੀਆਂ ਸਾਡੇ ਪਿੰਡਾਂ ਬਠਿੰਡੇ ਦੀਆਂ, ਮਾਨਸਾ ਜਾਂ ਮਤਲਬ ਦੱਖਣ ਪੱਛਮੀ ਪੰਜਾਬ ਦੀਆਂ ਜ਼ਮੀਨਾਂ ਹਲਕੀਆਂ ਨੇ, ਯੂਰੀਆ ਖਾਦ ਦੀ ਵਰਤੋਂ ਜਦੋਂ ਅਸੀਂ ਝੋਨੇ ਦੇ ਪਾਰਟੀਕੂਲਰਲੀ ਕੇਸ 'ਚ ਗੱਲ ਕਰ ਲਈਏ ਜਾਂ ਹੋਰ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੀ ਹੈਗੀ ਆ ਮਤਲਬ ਇਹਦੀਆਂ ਕਿਸ਼ਤਾਂ ਕਰ ਦਿੰਦੇ ਆ ਕਿ ਇੱਕੋ ਦਮ ਜਿਹੜੀ ਹੈਗੀ ਆ ਯੂਰੀਆ ਖਾਦ ਦੀ ਜਿੰਨੀ ਲੋੜ ਆ ਉਹ ਨਾ ਪਾਈ ਜਾਵੇ, ਬਸ਼ਰਤੇ ਕਿ ਉਹਦੀਆਂ ਜਿਹੜੀਆਂ 2 ਜਾਂ 3 ਕਿਸ਼ਤਾਂ ਕਰ ਦਈਏ। ਔਰ ਉਹਦੇ ਨਾਲ ਫਾਸਫੋਰਸ ਤੱਤ ਜਿਹੜਾ ਹੈਗਾ ਜਦੋਂ ਅਸੀਂ ਇਹ ਹਾੜੀ ਦੀ ਫਸਲ ਨੂੰ ਪਾ ਦਿੰਦੇ ਹਾਂ, ਖਾਸ ਕਰਕੇ ਕਣਕ ਨੂੰ ਪਾ ਦਿੰਦੇ ਹਾਂ, ਤਾਂ ਉਹ ਸੌਣੀ ਦੀ ਤੱਤ ਜਿਹੜਾ ਸੌਣੀ ਦੀ ਫਸਲ ਨੂੰ ਜਿਹੜਾ ਹੈਗਾ ਉਹ ਪਾਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਔਰ ਪੋਟਾਸ਼ ਤੱਤ ਦੀ ਗੱਲ ਕਰ ਲਈਏ ਤਾਂ ਉਹ ਸਿਰਫ ਅਸੀਂ ਉਦੋਂ ਹੀ ਪਾਉਣੇ ਆ ਜਦੋਂ ਸਾਡੇ ਕੋਲ ਮਿੱਟੀ ਪਰਖ ਰਿਪੋਰਟ ਇਹ ਦਿੰਦੀ ਹੈ ਕਿ ਇੱਥੇ ਪੋਟਾਸ਼ੀਅਮ ਤੱਤ ਦੀ ਲੋੜ ਹੈ।
ਜਦੋਂ ਕਿ ਸਾਡੀਆਂ ਜ਼ਮੀਨਾਂ 'ਚ ਜਿਹੜਾ ਮਤਲਬ ਆਪਾਂ ਗੱਲ ਕਰ ਲਈਏ ਕਾਟਨ ਬੈਲਟ ਆ, ਨਰਮਾ ਪੱਟੀ ਜਿਹੜੀ ਹੈਗੀ ਆ, ਨਰਮੇ ਵਾਸਤੇ ਪੋਟਾਸ਼ੀਅਮ ਜਿਹੜਾ ਹੈਗਾ ਉਹ ਐਜ਼ ਏ ਮਿਊਰੇਟ ਆਫ ਪੋਟਾਸ਼ ਉਹ ਯੂਨੀਵਰਸਿਟੀ ਵੱਲੋਂ ਰਿਕਮੈਂਡ ਕੀਤਾ ਗਿਆ। ਪਰ ਇਹਦੇ ਨਾਲ ਜਿਹੜਾ ਹੈਗਾ ਕਈ ਵਾਰੀ ਪਿੱਛੋਂ ਜੋ ਆ ਕੇ ਜਿਵੇਂ ਕਹਿ ਲਈਏ ਕਿ ਜਿਹੜਾ ਹੈਗਾ ਜਿਵੇਂ ਹੁਣ ਨਰਮੇ ਦੀ ਗੱਲ ਕਰ ਲਈਏ ਤਾਂ ਜਦੋਂ ਫੁੱਲ ਲੱਗਣ ਲੱਗਦੇ ਆ, ਟਿੰਡੇ ਬਣਨ ਲੱਗਦੇ ਆ, ਉਦੋਂ ਪੋਟਾਸ਼ੀਅਮ ਦੀ ਲੋੜ ਇੱਕਦਮ ਵੱਧ ਜਾਂਦੀ ਆ, ਤਾਂ ਸਾਨੂੰ ਜਿਹੜਾ ਹੈਗਾ ਉਹ ਛਿੜਕਾਅ ਦੇ ਰੂਪ 'ਚ ਜਾਂ ਸਪਰੇਅ ਦੇ ਰੂਪ 'ਚ ਵੀ ਜਿਹੜਾ ਹੈਗਾ ਪੋਟਾਸ਼ੀਅਮ ਦੇਣਾ ਪੈਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਕੋਰਿਲੇਟ ਕਰਦੀਆਂ ਨੇ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਸੰਤੁਲਿਤ ਖੁਰਾਕ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਸਾਡੇ ਕਿਸਾਨ ਵੀਰ ਨੇ ਉਹ ਧਿਆਨ ਰੱਖਣਗੇ, ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਸਾਉਣੀ ਦੀਆਂ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਦੇ ਸੰਬੰਧ ਦੇ ਵਿੱਚ ਜੇ ਉਹਨਾਂ ਦਾ ਕੋਈ ਵੀ ਸਵਾਲ ਹੈ ਤਾਂ ਸਾਡੇ ਸਟੂਡੀਓ ਦਾ ਨੰਬਰ 0164224031 ਡਾਇਲ ਕਰਕੇ ਸਾਡੇ ਨਾਲ ਸੰਪਰਕ ਕਾਇਮ ਕਰ ਸਕਦੇ ਤੇ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲ ਜਾਣ ਸਕਦੇ ਹੈ। ਸਾਡਾ ਅੱਜ ਦਾ ਵਿਸ਼ਾ ਸਾਉਣੀ ਦੀਆਂ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਹੈ ਤੇ ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦੇ ਰਹੇ ਨੇ ਡਾਕਟਰ ਸੁਖਵਿੰਦਰ ਸਿੰਘ। ਡਾਕਟਰ ਸਾਹਿਬ, ਇਸ ਦੇ ਨਾਲ ਹੀ ਜੈਵਿਕ ਖਾਦਾਂ ਜਿਹੜੀਆਂ ਅੱਜ ਕੱਲ ਦੇ ਦੌਰ ਦੇ ਵਿੱਚ ਖਾਸ ਕਰਕੇ 2 ਸਾਲ ਪੁਰਾਣੀ ਗੱਲ ਕਰੀਏ ਤਾਂ 2 ਸਾਲਾਂ ਤੋਂ ਜੈਵਿਕ ਖਾਦਾਂ ਦਾ ਜਿਹੜਾ ਦੌਰ ਹੈ ਉਹ ਕਾਫੀ ਵਧਿਆ ਹੋਇਆ ਹੈ। ਕਾਫੀ ਲੋਕ ਹੈ ਜਿਹੜੇ, ਕਾਫੀ ਕਿਸਾਨ ਵੀਰ ਹੈ ਜਿਹੜੇ ਉਹ ਇਸ ਪੱਖ ਵੱਲ ਉਤਸ਼ਾਹਿਤ ਹੋ ਰਹੇ ਹੈ। ਤਾਂ ਇਹਨਾਂ ਦੀ ਵਰਤੋਂ ਦੀ ਕਿੰਨੀ ਕੁ ਅਹਿਮੀਅਤ ਹੈ ਸਾਡੀ ਜ਼ਮੀਨ ਦੇ ਵਿੱਚ, ਜਾਂ ਕਿੰਨੇ ਕੁ ਖੁਰਾਕੀ ਤੱਤ ਹੈ ਜਿਹੜੇ ਫਸਲ ਦੇ ਉਹ ਜੈਵਿਕ ਖਾਦਾਂ ਦੇ ਜ਼ਰੀਏ ਪੂਰੇ ਹੁੰਦੇ ਆ? ਜੈਵਿਕ ਖਾਦਾਂ ਦੀ ਗੱਲ ਕਰ ਲਈਏ ਤਾਂ ਜੀ ਰਸਾਇਣਿਕ ਖਾਦਾਂ ਦਾ ਬਦਲ ਤਾਂ ਨਹੀਂ ਅਸੀਂ ਕਹਿ ਸਕਦੇ, ਇਹਨਾਂ ਦੀ ਲੋੜ ਤਾਂ ਹਮੇਸ਼ਾ ਰਹੇਗੀ। ਔਰ ਉਹਦੇ ਨਾਲ ਹੈਗਾ ਇੱਕ ਹਿੱਸਾ ਤੁਸੀਂ ਕਹ ਲਓ, ਜਾਂ ਮਤਲਬ ਜਿਹੜਾ ਹੈਗਾ ਕੁਛ ਕੁ ਹਿੱਸਾ, ਜਾਂ ਤੁਸੀਂ ਆਏ ਕਹ ਲਓ ਕਿ ਮਤਲਬ ਆਰਗੈਨਿਕ ਕਨਸੈਪਟ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਜਾਂ ਨੈਚੁਰਲ ਫਾਰਮਿੰਗ ਜਿਹੜਾ ਕਨਸੈਪਟ ਚੱਲ ਰਿਹਾ ਕਿ ਪ੍ਰੀਮੀਅਮ ਪ੍ਰਾਈਸ ਲੈਣਾ, ਉਹਦੇ 'ਚ ਮਤਲਬ ਇੱਕ ਬਦਲ ਵਜੋਂ ਤੁਹਾਡੇ ਕੋਲੇ ਜੈਵਿਕ ਖਾਦਾਂ ਨੇ, ਜਿਨ੍ਹਾਂ 'ਚ ਸਭ ਤੋਂ ਵਧੀਆ ਜਿਹੜੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਝੋਨਾ ਜਾਂ ਬਾਸਮਤੀ ਲਾਉਣ ਵਾਲੇ ਜਿਹੜੇ ਕਿਸਾਨ ਵੀਰ ਆ ਉਹ ਹਰੀ ਖਾਦ ਦੇ ਰੂਪ 'ਚ ਵਰਤਦੇ ਆ। ਹਰੀ ਖਾਦ ਕਿਹੜੀ ਸਾਡੇ ਕੋਲੇ ਢਾਂਚਾ ਹੈ, ਜੰਤਰ ਹੈ, ਸਣ ਹੈ, ਜਾਂ ਤੁਸੀਂ ਕਹ ਲਓ ਕਿ ਰਵਾਂ ਹੈ। ਔਰ ਉਹਦੇ ਨਾਲ ਜਿਹੜੀ ਹੈਗੀ ਹੈ, ਜਿਵੇਂ ਅੱਜ ਕੱਲ ਉਹਦਾ MSP ਵੀ ਦਿੱਤਾ ਜਾ ਰਿਹਾ, ਮੂੰਗੀ 60 ਮੂੰਗੀ ਜਿਹਨੂੰ ਕਹਿ ਦਿੰਦੇ ਆ, ਕਿ ਇਹਦੀ ਜਿਹੜੀ ਹੈਗੀ ਤੁਸੀਂ ਅਪ੍ਰੈਲ ਦੇ ਮਹੀਨੇ ਕਾਸ਼ਤ ਕਰ ਲੈਂਦੇ ਹੋ ਔਰ ਝੋਨਾ ਲਾਉਣ ਤੋਂ ਪਹਿਲਾਂ 60 ਦਿਨਾਂ ਤੱਕ ਇਹਨੂੰ ਵੱਢ ਕੇ ਇਹਦੀਆਂ ਫਲੀਆਂ ਜੇ ਮਤਲਬ ਪ੍ਰੋਡਿਊਸ ਆਪਾਂ ਸੇਲ ਕਰ ਦਿੰਦੇ ਆ, ਔਰ ਜੋ ਟਾਂਗਰ ਰਹਿ ਗਿਆ ਉਹਨੂੰ ਜ਼ਮੀਨ ਦੇ ਵਿੱਚ ਵਾਹ ਦਿੰਦੇ ਆ। ਇਹਦੇ ਨਾਲ ਕੀ ਹੋਏਗਾ ਕਿ ਜਦੋਂ ਹਰੀ ਖਾਦ ਦੀ ਅਸੀਂ ਕਾਸ਼ਤ ਕਰਦੇ ਆ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜ਼ਮੀਨ ਦੀ ਭੌਤਿਕ ਸਿਹਤ ਕੀ ਹੈ ਕਿ ਜਿਵੇਂ ਸਾਡੀਆਂ ਜ਼ਮੀਨਾਂ ਇਹਨਾਂ ਦੇ ਜਿਹੜੇ ਹੈਗੇ ਕਣ ਥੋੜੇ ਮੋਟੇ ਨੇ, ਬੇਸ਼ੱਕ ਕਿਸੇ ਨੂੰ ਹਲਕੀਆਂ ਕਹਿੰਦੇ ਆ, ਹਲਕੀਆਂ ਇਸ ਕਰਕੇ ਕਹਿੰਦੇ ਕਿ ਇਹਨਾਂ ਦੇ ਕਣ ਮੋਟੇ ਆ ਔਰ ਇਹਨਾਂ 'ਚ ਜਿਹੜਾ ਹੈਗਾ ਪਾਣੀ ਬਹੁਤ ਛੇਤੀ ਜੀਰ ਜਾਂਦਾ। ਪਾਣੀ ਬਹੁਤ ਛੇਤੀ ਜੀਰ ਜਾਂਦਾ, ਜਿੱਥੇ ਤੁਸੀਂ ਹਰੀ ਖਾਦ ਕਰਦੇ ਹੋ ਤਾਂ ਉਹਨਾਂ ਦੇ ਜਿਹੜੇ ਕਣ ਇੱਕ ਦੂਜੇ ਨਾਲ, ਕਿਉਂਕਿ ਜਦੋਂ ਇਹ ਹਰੀ ਖਾਦ ਕਰਦੇ ਆ ਇਹ ਜਿਹੜਾ ਹੈਗਾ ਆਰਗੈਨਿਕ ਮੈਟਰ ਡੀਕੰਪੋਜ਼ ਹੁੰਦਾ ਤੇ ਕਈ ਤਰ੍ਹਾਂ ਦੇ ਐਸਿਡ ਜ਼ਮੀਨ 'ਚ ਪ੍ਰੋਡਿਊਸ ਹੁੰਦੇ ਆ, ਜਿਹਦੇ ਕਰਕੇ ਉਹ ਜਿਹੜੇ ਹੈਗੇ ਕਣ ਇੱਕ ਦੂਜੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਆ। ਮੋਰ ਓਵਰ ਕੀ ਹੈ ਕਿ ਜਿੱਥੇ ਪੀਐਚ ਥੋੜੀ ਜੀ ਜਿਹੜੀ ਹੈਗੀ ਆਪਾਂ ਕਹ ਲਈਏ ਕਿ ਅਲਕੇਲਾਈਨ ਮਤਲਬ 8.5 ਤੋਂ ਉੱਪਰ ਹੈ, ਜਾਂ ਤੁਸੀਂ ਕਹ ਲਓ ਕਿ 7 ਤੋਂ ਉੱਪਰ ਹੈ ਇਵਨ, ਤਾਂ ਉੱਥੇ ਜਿਹੜਾ ਹੈਗਾ ਇਹ ਐਸਿਡ ਪ੍ਰੋਡਿਊਸ ਹੋਣ ਕਰਕੇ ਜਿਹੜੀ ਇਹਦੀ ਪੀਐਚ ਵੀ ਡਾਊਨ ਆ ਜਾਂਦੀ ਹੈ। ਔਰ ਇੱਕ ਪਰਮਿਸਿਬਲ ਲਿਮਿਟ ਹੈ, ਮਤਲਬ ਕਹ ਲਈਏ ਕਿ ਇੱਕ ਇਸ ਤਰ੍ਹਾਂ ਦਾ ਦਾਇਰਾ ਹੈਗਾ ਜਿੱਥੇ ਸਾਰੇ ਖੁਰਾਕੀ ਤੱਤ ਜਿਹੜੇ ਹੈਗੇ ਆ 6.5 ਤੋਂ ਲੈ ਕੇ 7.5 ਦੀ ਪੀਐਚ ਦੇ ਵਿੱਚ ਅਵੇਲੇਬਲ ਹੁੰਦੇ, ਪੌਦੇ ਨੂੰ ਮਿਲਦੇ ਨੇ। ਇਸ ਕਰਕੇ ਸਾਡੀ ਜਿਹੜੀ ਇਹ ਵੀ ਮਤਲਬ ਜਿਹੜੀ ਹੈਗੀ ਆ ਮੁੱਖ ਤਰਜੀਹ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਹਰੀ ਖਾਦ ਦੀ ਕਾਸ਼ਤ ਕਰਾਂਗੇ ਜਾਂ ਹਰੀ ਖਾਦ ਜ਼ਮੀਨ ਦੇ ਵਿੱਚ ਵੀ ਵਾਵਾਂਗੇ ਜਾਂ ਇਨਕਾਰਪੋਰੇਟ ਕਰਾਂਗੇ, ਸਾਡੇ ਕੋਲ ਬੇਸ਼ੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਸਲ ਹੀ ਰਹਿੰਦ ਹੁੰਦਾ ਤਾਂ ਉਹ ਜਿਹੜੇ ਐਸਿਡ ਪ੍ਰੋਡਿਊਸ ਹੋਣਗੇ ਉਹਦੇ ਨਾਲ ਜਿਹੜੀ ਹੈਗੀ ਪੀਐਚ ਵੀ ਨਿਊਟਰਲ ਵੱਲ ਆਵੇਗੀ। ਔਰ ਉਹਦੇ ਨਾਲ ਜ਼ਮੀਨ 'ਚ ਪੰਜਣ ਤੱਤਾਂ ਤੋਂ ਇਸੇ ਤਰ੍ਹਾਂ ਪਈਆਂ ਨੇ ਸਿਵਾਏ ਨਾਈਟ੍ਰੋਜਨ ਤੋਂ। ਨਾਈਟ੍ਰੋਜਨ ਕਿਉਂਕਿ ਹਵਾ 'ਚੋਂ ਮਿਲਣਾ ਸਾਨੂੰ 78% ਦੇ ਆਸ-ਪਾਸ ਜਿਹੜੀ ਸਾਡੇ ਮਤਲਬ ਹਵਾ 'ਚ ਨਾਈਟ੍ਰੋਜਨ ਹੈਗੀ ਆ, ਫਾਸਫੋਰਸ ਜ਼ਮੀਨ 'ਚ ਹੈ, ਪੋਟਾਸ਼ ਜ਼ਮੀਨ 'ਚ ਹੈ, ਕੈਲਸ਼ੀਅਮ, ਸਲਫਰ, ਮੈਗਨੀਸ਼ੀਅਮ, ਇਹ ਸਾਰੇ ਜਿਹੜੇ ਕਿ ਛੋਟੇ ਤੱਤ ਜਿਹੜੇ ਹੈਗੇ ਆ ਇਹ ਜ਼ਮੀਨ 'ਚ ਪਏ ਨੇ, ਬਟ ਉਹ ਉਸ ਮਾਤਰਾ 'ਚ ਨਹੀਂ ਹੁੰਦੇ ਕਿ ਘੁਲਣਸ਼ੀਲ ਮਾਤਰਾ 'ਚ ਨਹੀਂ ਹੁੰਦੇ ਕਿ ਪੌਦਾ ਆਰਾਮ ਨਾਲ ਲੈ ਸਕੇ। ਜਦੋਂ ਅਸੀਂ ਇਹ ਜੈਵਿਕ ਖਾਦਾਂ ਜ਼ਮੀਨ ਦੇ ਵਿੱਚ ਪਾਵਾਂਗੇ ਇਹ ਅਪਘਟਿਤ ਹੋਣਗੀਆਂ, ਇਹ ਡੀਕੰਪੋਜ਼ ਹੋਣਗੀਆਂ, ਉਹ ਜਿਹੜੇ ਐਸਿਡ ਪ੍ਰੋਡਿਊਸ ਹੋਣਗੇ ਉਹ ਇਹਨਾਂ ਤੱਤਾਂ ਨੂੰ ਘੋਲ ਕੇ ਪੌਦੇ ਤੱਕ ਲੈ ਕੇ ਜਾਣਗੇ। ਪੌਦੇ ਦੀ ਜਿਹੜੀ ਹੈਗੀ ਮਤਲਬ ਜਿੰਨੀ ਉਹਦੀ ਲੋੜ ਆ ਉਸ ਮੁਤਾਬਕ ਉਹ ਅਵੇਲੇਬਲ ਹੋਏਗਾ, ਪੌਦਾ ਉਹਨੂੰ ਆਰਾਮ ਨਾਲ ਲੈ ਸਕਦਾ। ਇਹ ਫਰਕ ਪਏਗਾ। ਦੂਸਰੀ ਗੱਲ, ਜਿਵੇਂ ਅਸੀਂ ਰਸਾਇਣਿਕ ਸਿਹਤ ਦੀ ਗੱਲ ਕੀਤੀ ਹੈ, ਕਦੇ ਜਿਹੜਾ ਹੈਗਾ ਪੀਐਚ ਨਿਊਟਰਲ ਹੋਏਗੀ, ਹੋ ਸਕਦਾ ਜਿਹੜੇ ਹੈਗੇ ਜਿਵੇਂ ਸ਼ੋਰੇ ਦਾ ਅਸਰ ਜ਼ਮੀਨ ਤੇ ਹੋ ਰਿਹਾ ਉਹ ਥੋੜਾ ਬਹੁਤਾ ਘਟੇਗਾ। ਔਰ ਉਹਦੇ ਨਾਲ ਜਿਹੜੇ ਹੈਗੇ ਸੂਖਮ ਜੀਵ, ਜਿਹਨੂੰ ਅਸੀਂ ਗੱਲ ਕਰ ਲਈਏ ਕਿ ਬੈਕਟੀਰੀਆ ਜਾਂ ਉੱਲੀਆਂ ਨੇ ਕਈ ਕਿਸਮ ਦੀਆਂ, ਜਿਹੜੀਆਂ ਮਤਲਬ ਉਹੀ ਕੰਮ ਕਰਦੀਆਂ ਨੇ, ਮਤਲਬ ਜਿਵੇਂ ਕਿ ਆਰਗੈਨਿਕ ਐਸਿਡ ਪ੍ਰੋਡਿਊਸ ਕਰਦੀਆਂ ਨੇ, ਉਹ ਵੀ ਜਿਹੜਾ ਹੈ ਉਹਨਾਂ ਦੀ ਗਿਣਤੀ ਵੀ ਵਧੇਗੀ। ਜੈਵਿਕ ਖਾਦਾਂ ਕਿਤੇ ਫਸਲ ਦੀ ਚੰਗੀ ਸਿਹਤ ਦੇ ਲਈ ਜੈਵਿਕ ਖਾਦਾਂ ਦਾ ਹੋਣਾ ਧਰਤੀ ਦੇ ਵਿੱਚ ਜ਼ਰੂਰੀ ਹੈ, ਤੇ ਜ਼ਮੀਨ ਜਿੰਨੀ ਉਪਜਾਊ ਹੋਵੇਗੀ ਉਨੀ ਫਸਲ ਹੈ ਜਿਹੜੀ ਉਹ ਵੀ। ਆਮ ਤੌਰ ਤੇ ਜੇ ਆਪਾਂ ਸਿੱਧੀ ਭਾਸ਼ਾ 'ਚ ਗੱਲ ਕਰ ਲਈਏ ਕਿ ਜੇਕਰ ਜੈਵਿਕ ਖਾਦਾਂ ਨੇ ਇਹ ਜ਼ਮੀਨ ਨੂੰ ਪੋਲਾ ਬਣਾਉਂਦੀਆਂ, ਜ਼ਮੀਨ 'ਚ ਪੋਲਾ ਬਣਾਉਣਗੀਆਂ ਤਾਂ ਓਬਵੀਅਸਲੀ ਕਿ ਜਿਹੜੀਆਂ ਜੜਾਂ ਦਾ ਵਾਧਾ ਆਰਾਮ ਨਾਲ ਹੋਏਗਾ, ਔਰ ਜੜਾਂ ਦਾ ਵਾਧਾ ਜ਼ਿਆਦਾ ਹੋ ਰਿਹਾ, ਸਿਹਤਮੰਦ ਜੜਾਂ ਨੇ, ਉਹਨੇ ਜਿਹੜੇ ਹੈਗਾ ਉਹਨੂੰ ਖੁਰਾਕੀ ਤੱਤ ਜਿਹੜੇ ਹੈਗੇ ਪੌਦੇ ਦੇ ਉੱਪਰਲੇ ਹਿੱਸੇ ਤੱਕ ਪਹੁੰਚਾਉਣ, ਜਿਹੜਾ ਉਹ ਵਧੇਰੇ ਉਹ ਜਿਹੜਾ ਗਰੋ ਕਰੇਗਾ। ਜੀ ਡਾਕਟਰ ਸਾਹਿਬ, ਜਿਵੇਂ ਬੜੀ ਵਧੀਆ ਗੱਲ ਹੈ ਕਿ ਜੇਕਰ ਅਸੀਂ ਚੰਗਾ ਤੰਦਰੁਸਤ ਸਿਹਤਮੰਦ ਪੌਦਾ ਲੈਣਾ ਤਾਂ ਸਾਨੂੰ ਜੈਵਿਕ ਖਾਦਾਂ ਜ਼ਰੂਰ ਉਗਾਉਣੀਆਂ ਚਾਹੀਦੀਆਂ ਨੇ ਜਾਂ ਖੇਤ ਦੇ ਵਿੱਚ ਆਪਣੇ ਮਿਲਾਉਣੀਆਂ ਚਾਹੀਦੀਆਂ ਨੇ, ਤਾਂ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਸਾਨੂੰ ਕਦੋਂ ਤੇ ਕਿਵੇਂ ਕਰਨੀ ਚਾਹੀਦੀ ਹੈ?
ਹਰ ਫਸਲ ਤੋਂ ਪਹਿਲਾਂ ਜਾਂ ਕਿਸੇ ਖਾਸ ਸਮੇਂ ਦੇ? ਦੇਖੋ ਜੀ, ਜਦੋਂ ਸਾਉਣੀ ਦੀਆਂ ਫਸਲਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਜਿਹੜਾ ਹੈਗਾ, ਤੁਸੀਂ ਕਹ ਲਓ ਕਿ ਝੋਨਾ ਜਿਹੜੇ ਕਿਸਾਨ ਵੀਰ ਲਗਾ ਰਹੇ ਆ ਜਾਂ ਬਾਸਮਤੀ ਦੀ ਜਿਹੜੀ ਕਾਸ਼ਤ ਕਰਨੀ ਆ, ਉਹਦੇ ਵਾਸਤੇ ਸਾਡੇ ਕੋਲੇ ਕਾਫੀ ਲੰਬਾ ਸਮਾਂ ਹੈਗਾ ਕਣਕ ਵੱਢਣ ਤੋਂ ਬਾਅਦ। ਜਿਵੇਂ ਕਹ ਲਈਏ ਕਿ ਜਿਹੜਾ ਤੁਸੀਂ ਅਪ੍ਰੈਲ ਦੇ ਵਿੱਚ ਦੇਖ ਲਓ ਕਿ ਜਿਹੜੇ ਖੇਤ ਖਾਲੀ ਹੋ ਜਾਂਦੇ ਆ, ਅਖੀਰ ਅਪ੍ਰੈਲ ਮੰਨ ਲਈਏ ਨਾ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ 20 ਜੂਨ ਦੇ ਆਸ-ਪਾਸ ਅਸੀਂ ਝੋਨਾ ਲਾਉਣਾ ਸ਼ੁਰੂ ਕਰਦੇ ਹਾਂ। ਸਾਡੇ ਕੋਲ ਜਿਹੜੀ ਉਹ ਕਾਫੀ ਵੱਡੀ ਵਿੰਡੋ ਹੈ, ਜਿੱਥੇ ਜਿਹੜੀ ਹਰੀ ਖਾਦ ਢਾਂਚਾ ਕਹ ਲਈਏ ਤੁਸੀਂ, ਜਾਂ ਮਤਲਬ ਜਿਹੜੇ ਮੂੰਗੀ ਦੀ ਗੱਲ ਕਰ ਲਈਏ 60 ਜਿਹੜੀ ਆਪਾਂ ਗੱਲ ਕਰਦੇ ਹਾਂ ਨਾ, ਇਹ 45 ਤੋਂ 50 ਦਿਨ ਦਾ ਜਿਹੜਾ ਹੈਗਾ ਵਕਫਾ ਸਾਡੇ ਕੋਲੇ ਹੈਗਾ, ਜਿੱਥੇ ਅਸੀਂ ਉਸ ਤਰ੍ਹਾਂ ਦੀ ਕੋਈ ਫਸਲ ਲੈ ਸਕਦੇ ਹਾਂ, ਜਿਹੜੀ ਸਾਡੀ ਜ਼ਮੀਨ ਦੀ ਸਿਹਤ ਨੂੰ ਵੀ ਜਿਹੜੀ ਹੈਗੀ ਉਹ ਤੰਦਰੁਸਤ ਰੱਖੇਗੀ, ਜ਼ਮੀਨ ਦੀ ਸਿਹਤ ਉਪਜਾਊਪਣ ਵੀ ਵਧਾਏਗੀ, ਔਰ ਮੋਰ ਓਵਰ ਜਿਵੇਂ ਮਤਲਬ ਗੱਲ ਕਰ ਲਈਏ ਕਿ ਸਾਡੇ ਕੋਲੇ ਜੇ ਮੰਨ ਲਓ 4 ਜਾਂ 5 ਕੁਇੰਟਲ ਜਿਹੜੀ ਮੂੰਗੀ ਦੀ ਝਾੜ ਨਿਕਲਦਾ ਹੈ, ਤਾਂ ਤੁਸੀਂ ਉਹ ਦੇਖ ਲਓ ਕਿ ਕਾਫੀ ਵਧੀਆ ਜਿਹੜੀ ਹੈਗੀ ਉਹ ਆਰਥਿਕ ਰਾਹਤ ਹੈਗੀ ਸਾਡੇ ਕਿਸਾਨਾਂ ਲਈ ਜੀ। ਔਰ ਉਹਦੇ ਨਾਲ ਜਿਹੜੇ ਮਤਲਬ ਕਿ ਜਾਂ ਜ਼ਮੀਨ ਤੇ ਰਸਾਇਣਿਕ ਜਿਹੜੇ ਹੈਗੇ ਅਸਰ ਹੋਣਗੇ, ਜਾਂ ਉਹਦੇ ਜਿਹੜੇ ਜੈਵਿਕ ਅਸਰ ਹੋਣਗੇ, ਜਾਂ ਜਿਹੜੀ ਹੈਗੀ ਜਿੰਨੀ ਖੁਰਾਕੀ ਤੱਤਾਂ ਦੀ ਉਪਲਬਧਤਾ ਜਿਹੜੀ ਵਧੇਗੀ, ਉਹ ਤਾਂ ਜਿਹੜਾ ਹੈਗਾ ਬੋਨਸ ਹੈ ਜੀ, ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਮਿਲਣਾ ਹੀ ਹੈ ਜੀ। ਔਰ ਇਹਦੇ ਨਾਲ ਜਿਹੜਾ ਹੈਗਾ ਮਤਲਬ ਅਸੀਂ ਇਹ ਵੀ ਕਹਿ ਸਕਦੇ ਹਾਂਗੇ ਕਿ ਬੇਸ਼ੱਕ ਇਹ ਹਰੀ ਖਾਦ ਕਰ ਲਈਏ ਜਾਂ ਮਤਲਬ ਜਿਹੜਾ ਹੈਗਾ ਦੂਸਰੀ ਸਾਡੇ ਕੋਲੇ ਹੋਰ ਆਰਗੈਨਿਕ ਰਿਸੋਰਸਿਸ ਨੇ, ਜਿਵੇਂ ਮੰਨ ਲਓ ਰੂੜੀ ਦੀ ਖਾਦ ਹੈ ਜੀ, ਬਟ ਇਹਦੀ ਇੱਕ ਲਿਮਿਟ ਹੈ, ਕਿਉਂਕਿ ਅੱਜ ਕੱਲ ਤੁਸੀਂ ਦੇਖਦੇ ਹੋਗੇ ਕਿ ਪਿੰਡਾਂ 'ਚ ਜਿਹੜੀ ਹੈਗੀ ਆ ਉਹ ਡੇਅਰੀ ਫਾਰਮਿੰਗ ਦਾ ਧੰਦਾ ਜਾਂ ਮਤਲਬ ਜਿਹੜੇ ਪਸ਼ੂਆਂ ਦੀ ਗਿਣਤੀ ਵੀ ਘਟ ਰਹੀ ਹੈ, ਸਾਡੇ ਕੋਲੇ ਉਸ ਮਾਤਰਾ 'ਚ ਰੂੜੀ ਜੀ ਵੀ ਜਿਹੜੀ ਹੈਗੀ ਆ ਉਹ ਉਪਲਬਧਤਾ ਨਹੀਂ ਹੈਗੀ। ਮੋਰ ਓਵਰ ਜਿਹੜੀ ਹੈ ਕੁਆਲਿਟੀ ਦੀ ਰੂੜੀ ਗੱਲ ਕਰ ਲਈਏ ਅਸੀਂ, ਜਿਹੜੀ ਉਹਦੇ 'ਚ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਸਾਨੂੰ ਦੇਖਣ 'ਚ ਆਇਆ ਕਿ ਉਹ ਵੀ ਕੁਆਲਿਟੀ ਵਾਈਜ਼ ਵੀ ਅੱਛੀ ਨਹੀਂ ਹੁੰਦੀ। ਤੀਸਰਾ ਜਿਹੜਾ ਹੈ ਸਾਡੇ ਕੋਲੇ ਵੀ ਫਸਲੀ ਰਹਿੰਦ ਖੂੰਹਦ ਰਹਿ ਜਾਂਦੀ ਹੈ, ਕਿਉਂਕਿ ਕਣਕ ਜਦੋਂ ਵੱਢਦੇ ਹਾਂ ਤਾਂ ਅਸੀਂ ਜਿਹੜੇ ਨਾੜ ਆ ਉਹਦੀ ਤੂੜੀ ਬਣਾ ਲਈ ਜਾਂਦੀ ਹੈ, ਬਟ ਦੂਸਰੇ ਪਾਸੇ ਸਾਡੇ ਕੋਲੇ ਜਦੋਂ ਅਸੀਂ ਸਾਉਣੀ ਦੀ ਫਸਲ ਲੈਂਦੇ ਹਾਂ, ਝੋਨਾ ਵੱਢ ਲਈਏ, ਬਾਸਮਤੀ ਵੱਢ ਲਈ, ਤਾਂ ਇਹ ਪਰਾਲੀ ਜਿਹੜੀ ਹੈਗੀ ਹੈ ਇਹਨੂੰ ਮਤਲਬ ਜੋ ਤੁਸੀਂ ਕਹ ਲਓ ਕਿ ਜ਼ਮੀਨ ਦੇ ਵਿੱਚ ਇਨਕਾਰਪੋਰੇਟ ਕੀਤਾ ਜਾ ਸਕਦਾ, ਜਿਹਦੇ ਨਾਲ ਕਿ ਜਿੰਨੇ ਕੁ ਖੇਤ 'ਚੋਂ ਇਹਨੇ ਖੁਰਾਕੀ ਤੱਤ ਲਏ ਸੀਗੇ, ਤਕਰੀਬਨ ਕਹ ਲਈਏ ਕਿ ਉਹਨੇ ਜਿੰਨੇ ਕੁ ਪਰਾਲੀ 'ਚ ਹੈਗੇ ਉਹ ਅਸੀਂ ਜ਼ਮੀਨ ਦੇ ਵਿੱਚ ਰੀਸਾਈਕਲ ਕਰ ਸਕਦੇ ਹਾਂ, ਔਰ ਉਹ ਜਿਹੜਾ ਹੈਗਾ ਉਹ ਵੀ ਇੱਕ ਬਹੁਤ ਵਧੀਆ ਜਿਹੜਾ ਹੈਗਾ ਸਾਡੇ ਲਈ ਲਾਹੇਵੰਦ ਸੌਦਾ ਚੰਗਾ ਸਰੋਤ ਹੈ ਜਿਹੜਾ ਉਹ ਖਾਦ ਦਾ ਹੋ ਸਕਦਾ ਹੈ। ਔਰ ਉਹਦੇ ਨਾਲ ਇੱਕ ਜਿਹੜਾ ਹੈਗਾ ਸਾਡੇ ਕੋਲੇ ਹੋਰ ਵੀ ਸਰੋਤ ਜਿਹੜਾ ਹੈਗਾ ਕਿ ਬਾਇਓ ਫਰਟੀਲਾਈਜ਼ਰਸ, ਜਿਹਨਾਂ ਨੂੰ ਕਹਿੰਦੇ ਜੈਵਿਕ ਖਾਦਾਂ 'ਚ ਆ ਜਾਂਦੀਆਂ ਨੇ ਆਪਣੇ ਸੂਖਮ ਜੀਵ, ਜਿਵੇਂ ਤੁਸੀਂ ਗੱਲ ਕਰ ਲਓ ਕਿ ਫਲੀਦਾਰ ਫਸਲ ਨੇ, ਛੋਲੇ ਹਾੜੀ 'ਚ ਹੈਗੇ ਆ, ਮਟਰ ਹੈਗੇ ਆ, ਠੀਕ ਹੈ, ਅਸੀਂ ਉਹਨਾਂ ਨੂੰ ਇੱਕ ਟੀਕਾ ਲਾਉਂਦੇ ਹਾਂ, ਬਰਸੀਮ ਨੂੰ ਅਸੀਂ ਟੀਕਾ ਲਾਉਂਦੇ ਹਾਂ, ਰਾਈਜ਼ੋਬੀਅਮ ਕਲਚਰ ਜਿਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਸਾਉਣੀ ਦੀਆਂ ਫਸਲਾਂ 'ਚ ਵੀ ਝੋਨੇ ਲਈ ਜਿਹੜਾ ਹੈਗਾ, ਕਿਉਂਕਿ ਜਦੋਂ ਤੁਸੀਂ ਪਨੀਰੀ ਲਾਣੀ ਆ ਤਾਂ ਉਹਦੀਆਂ ਜੜਾਂ ਜਿਹੜੀਆਂ ਹੈਗੀਆਂ ਜੋ ਸਪਾਇਰਲਮ ਇੱਕ ਮਤਲਬ ਜਿਹੜਾ ਕੰਸੋਰਸ਼ੀਅਮ ਜਿਹੜਾ ਹੈਗਾ ਉਹਦਾ ਘੋਲ ਬਣਾ ਕੇ ਉਹਦੇ ਵਿੱਚ ਡਿਪ ਕਰ ਲੈਂਦੇ ਹਾਂ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਖੇਤ 'ਚ ਲਾਉਂਦੇ ਹਾਂ ਅਸੀਂ, ਤਾਂ ਜਿਹੜੀ ਔਰ ਮਤਲਬ ਉਹਦੀ ਖੁਰਾਕੀ ਤੱਤ ਜਿਹੜੇ ਹੈਗੇ ਆ ਉਹ ਕਾਫੀ ਹੱਦ ਤੱਕ ਜਿਹੜੇ ਹੈਗੇ ਉਹਨੂੰ ਇਸ ਹਿਸਾਬ ਨਾਲ ਮਿਲਦੇ ਕਿ ਸਾਡੀ ਜਿਹੜੀ ਹੈਗੀ ਆ ਲਿਮਿਟ ਜਿਹੜੀ ਹੈਗੀ ਆ ਜਲਸਿਮ ਜਿਹੜੀ ਹੈਗੀ ਲੋੜ ਪੂਰੀ ਹੁੰਦੀ ਹੈ, ਔਰ ਮੋਰ ਓਵਰ ਇਹਨਾਂ 3 ਤੋਂ 4% ਅਸੀਂ ਜਿਹੜਾ ਹੈਗਾ ਝਾੜ 'ਚ ਵੀ ਵਾਧਾ ਐਕਸਪੈਕਟ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਵਤਾਰ ਸਿੰਘ ਜੀ, ਪਿੰਡ ਰਾਜਗੜ੍ਹ ਕੁੱਬੇ ਨੇੜੇ ਮੋੜ ਮੰਡੀ ਜੀ। ਸਵਾਲ ਕੀ ਹੈ ਜੀ? ਸਵਾਲ ਜੀ ਐਤਕੀ ਨਵਾਂ ਬਾਣ ਲਾਇਆ ਗਿਆ ਜੀ, ਥੋੜਾ ਜਿਹਾ ਰੇਸ ਲਈ ਰੌਂਸ 'ਚ ਹੈਗਾ ਤੇ ਪਾਣੀ ਬਹੁਤ ਵਧੀਆ, ਜਿੰਕ ਪੁੱਛਣੀ ਸੀਗੀ ਵੀ ਕਿੰਨੀ ਪਾਈਏ ਜੀ? ਪਹਿਲਾਂ ਤਾਂ ਮਤਲਬ ਮਿੱਤਰ ਤੁਹਾਨੂੰ ਇਹ ਮੇਰੀ ਜਿਹੜੀ ਹੈਗੀ ਕਹ ਲਓ ਕਿ ਸਲਾਹ ਹੈ ਕਿ ਉਹ ਮਿੱਟੀ ਟੈਸਟ ਜੇ ਕਰਵਾ ਸਕਦੇ ਹਾਂ ਤਾਂ ਆਪਾਂ ਉਹ ਕਰਵਾ ਲਈਏ। ਨਹੀਂ, ਝੋਨਾ ਲਾਤਾ ਜੀ ਉਹਦੇ ਪਰਸੋਂ, ਝੋਨਾ ਲਾਤਾ ਤਾਂ ਫਿਰ ਜਿਹੜਾ ਤੁਸੀਂ ਜਿਹੜਾ ਹੈਗਾ ਜਿੰਕ ਸਲਫੇਟ 21% ਵਾਲੀ ਜਿਹੜੀ ਉਹ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਮੋਰਓਵਰ ਜਿਹੜਾ ਜਦੋਂ ਲੱਗਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਕੋਈ ਘਾਟ ਆਉਂਦੀ ਹੈ ਤਾਂ ਫਿਰ ਉਹਦਾ ਜਿਹੜਾ ਹੈਗਾ ਤੁਹਾਨੂੰ ਪੱਤੇ ਦੱਸਣਗੇ, ਉਹਦੇ ਪੌਦੇ ਦੇ ਜਿਹੜੇ ਹੈਗਾ ਉਹਦਾ ਗਰੋਥ ਦੱਸੇਗੀ, ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਜਿਹੜਾ ਉਹਦਾ ਮਤਲਬ ਖੇਤ ਚੋਂ ਲੱਗਦਾ ਉਹ ਬਿਮਾਰ ਬੂਟੇ ਤੁਹਾਨੂੰ ਲੱਗਦੇ ਆ ਜਾਂ ਵਾਧਾ ਨਹੀਂ ਹੋ ਰਿਹਾ, ਉਹ 3-4 ਬੂਟੇ ਕਿਤੇ ਪੱਟ ਕੇ ਲੈ ਕੇ ਤੁਸੀਂ ਕਿਸੇ ਖੇਤੀ ਮਾਹਰ ਨਾਲ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਸਾਡਾ ਖੇਤਰੀ ਖੋਜ ਕੇਂਦਰ ਹੈ ਇੱਥੇ ਤੁਸੀਂ ਮਿਲ ਸਕਦੇ ਹੋ, ਤਾਂ ਕਿ ਆਪਾਂ ਨੂੰ ਸਹੀ ਤਰੀਕੇ ਨਾਲ ਪਤਾ ਲੱਗ ਜਾਏ ਵੀ ਜਿਹੜਾ ਹੈਗਾ ਸੱਚੀ ਉੱਥੇ ਜਿੰਕ ਸਲਫੇਟ ਜਾਂ ਕਿਸੇ ਹੋਰ ਤੱਤ ਦੀ ਜਿਹੜੀ ਲੋੜ ਹੈਗੀ ਆ ਜਾਂ ਨਹੀਂ। 33% ਲੈਂਦੇ ਆ ਜੀ, ਕਿੰਨੀ ਪਾ ਦਈਏ? ਉਹ 16 ਕਿਲੋ ਪਾ ਦਿਓ। ਠੀਕ ਹੈ ਜੀ। ਜੀ, ਸਟੂਡੀਓ ਦੇ ਵਿੱਚ ਕਾਲ ਕਰਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਕੀ ਕਿਸਾਨ ਵੀਰ ਵੀ ਸਟੂਡੀਓ ਦਾ ਨੰਬਰ 0164224331 ਮਿਲਾ ਕੇ ਸਾਡੇ ਨਾਲ ਆਪਣੇ ਬਣਦੇ ਸਵਾਲ ਹੈ ਜਿਹੜੇ ਉਹ ਸਾਂਝੇ ਕਰ ਸਕਦੇ ਆ। ਡਾਕਟਰ ਸਾਹਿਬ, ਜਿਵੇਂ ਕਿ ਜੈਵਿਕ ਖਾਦਾਂ ਦੇ ਨਾਲ ਤੁਸੀਂ ਗੱਲ ਕੀਤੀ ਕਿ ਝੋਨੇ ਦੀ ਫਸਲ ਲਾਉਣ, ਕਣਕ ਤੋਂ ਬਾਅਦ ਝੋਨੇ ਦੀ ਫਸਲ ਲਾਉਣ ਦੇ ਵਿੱਚ ਇੱਕ ਚੰਗਾ ਸਮਾਂ ਜਿਹੜਾ ਉਹ ਕਿਸਾਨ ਵੀਰਾਂ ਨੂੰ ਮਿਲ ਜਾਂਦਾ ਹੈਗਾ, ਤਾਂ ਝੋਨੇ ਦੇ ਲਈ ਜਿਹੜਾ ਖਾਦ ਪ੍ਰਬੰਧਨ ਹੈਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ? ਬੇਸ਼ੱਕ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਉੱਥੇ ਕਰ ਸਕਦੇ ਹਾਂ, ਪਰ ਉਸ ਤੋਂ ਇਲਾਵਾ ਰਸਾਇਣਿਕ ਖਾਦਾਂ ਦਾ ਜਿਹੜਾ ਪ੍ਰਬੰਧਨ ਹੈ ਉਹ ਕਿਵੇਂ ਦਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਚਾਹੀਦਾ? ਜਿਵੇਂ ਹੁਣੇ ਕਿਸਾਨ ਵੀਰ ਨੇ ਜਿੰਕ ਦੇ ਸੰਬੰਧ ਦੇ ਵਿੱਚ ਵੀ ਸਵਾਲ ਪੁੱਛਿਆ। ਮਤਲਬ ਜਿਸ ਤਰ੍ਹਾਂ ਜੀ ਝੋਨੇ ਦੀ ਜਿਹੜੀ ਹੈ ਨਾਈਟ੍ਰੋਜਨ ਦੀ ਜਿਹੜੀ ਲੋੜ ਆ ਉਹ 50 ਕਿਲੋ ਪ੍ਰਤੀ ਏਕੜ, ਫਾਸਫੋਰਸ 12 ਕਿਲੋ ਪ੍ਰਤੀ ਏਕੜ, ਔਰ ਇਸੇ ਤਰ੍ਹਾਂ ਪੋਟਾਸ਼ ਤੱਤ ਜਿਹੜਾ ਹੈਗਾ ਉਹ 12 ਕਿਲੋ ਪ੍ਰਤੀ ਏਕੜ। ਫਾਸਫੋਰਸ ਦੀ ਗੱਲ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਜੇਕਰ ਕਣਕ ਨੂੰ ਹਾੜੀ ਦੀ ਫਸਲ ਨੂੰ ਜਿਹੜਾ ਹੈਗਾ ਉਹ ਪੂਰਾ ਜਿਹੜਾ ਸਿਫਾਰਿਸ਼ ਕੀਤਾ ਹੋਇਆ 55 ਕਿਲੋ
DAP ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਹੈਗਾ ਜੇ ਕਿਸਾਨ ਵੀਰ ਸਾਡੇ ਯੂਜ਼ ਕਰਦੇ ਆ, ਜੇ ਉਹ ਪਾਇਆ ਹੋਇਆ ਤਾਂ ਫਿਰ ਉਹ ਫਾਸਫੋਰਸ ਵਾਲਾ ਤੱਤ ਸੌਣੀ ਚ ਜਾਂ ਮਤਲਬ ਤੁਸੀਂ ਕਹ ਲਓ ਕਿ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਰਹਿ ਜਾਂਦੀ। ਔਰ ਪੋਟਾਸ਼ ਤੱਤ ਦੀ ਜਿਹਦੀ ਵਰਤੋਂ ਅਸੀਂ ਉਦੋਂ ਹੀ ਕਰਦੇ ਹਾਂ ਜਦੋਂ ਸਾਡੀ ਮਿੱਟੀ ਪਰਖ ਰਿਪੋਰਟ ਦੇ ਮੁਤਾਬਿਕ ਉਹਦੀ ਘਾਟ ਹੁੰਦੀ ਹੈ ਜ਼ਮੀਨ 'ਚ। ਔਰ ਨਾਈਟ੍ਰੋਜਨ ਦੀ ਜਿਹੜੀ ਗੱਲ ਆ ਉਹ ਯੂਰੀਆ ਤੁਸੀਂ ਕਹ ਲਓ ਕਿ ਕਿਉਂਕਿ ਅੱਜ ਕੱਲ੍ਹ ਨੀਮ ਕੋਟਡ ਯੂਰੀਆ ਆਉਂਦੀ ਹੈ, ਇਹ 90 ਕਿਲੋ ਪ੍ਰਤੀ ਏਕੜ ਜਿਹੜੀ ਹੈਗੀ ਉਹ ਸਿਫਾਰਿਸ਼ ਕੀਤੀ ਜਾਂਦੀ ਹੈ। ਡਿਪੈਂਡ ਕਰਦਾ ਕਿ ਜ਼ਮੀਨ ਦਾ ਟੈਕਸਚਰ ਕਿਹੋ ਜਿਹਾ, ਉਹਦੀ ਬਣਤਰ ਕਿਹੋ ਜਿਹੀ ਹੈ। ਜੇਕਰ ਹਲਕੀ ਜ਼ਮੀਨ ਹੈਗੀ ਆ ਤਾਂ ਉੱਥੇ ਉਹ 3 ਕਿਸ਼ਤਾਂ 'ਚ ਅਸੀਂ ਪਾ ਸਕਦੇ ਹਾਂ। ਜਿਵੇਂ ਮਤਲਬ ਕਹ ਲਓ ਕਿ ਅੱਜ ਅਸੀਂ ਪਨੀਰੀ ਲਾਈ ਹੈ, ਠੀਕ ਹੈ, ਅੱਜ ਨਹੀਂ ਤਾਂ ਕੱਲ ਪਾ ਸਕਦੇ ਹਾਂ ਉਹ। ਉਸ ਤੋਂ ਜਿਹੜੀ ਹੈਗੀ ਆ ਫਿਰ 21 ਦਿਨਾਂ ਬਾਅਦ ਦੂਜਾ ਹਿੱਸਾ, ਔਰ ਉਸ ਤੋਂ ਅਗਲਾ ਜਿਹੜਾ ਤੀਜਾ ਹਿੱਸਾ ਅਸੀਂ ਉਹ 42 ਦਿਨਾਂ ਤੱਕ ਪਾ ਦਿੰਦੇ ਹਾਂ। ਬਟ ਇੱਥੇ ਇੱਕ ਐਕਸੈਪਸ਼ਨ ਜਿਹੜੀ ਹੈਗੀ ਉਹ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਸਾਡੀ ਸਭ ਤੋਂ ਪਪੂਲਰ ਕਿਸਮ ਕਹਿ ਸਕਦੇ ਹਾਂ ਸਾਲ ਕੇ ਇਸ ਵੇਲੇ, ਜਾਂ ਮਤਲਬ ਜਦੋਂ ਕਹ ਲਓ ਕਿ ਘੱਟ ਸਮਾਂ ਲੈਣ ਵਾਲੀ PR 126 ਕਿਸਮ ਹੈ, ਉਹਦੇ ਲਈ ਜਿਹੜੀ ਤੀਜੀ ਕਿਸ਼ਤ ਆ ਉਹ 35 ਦਿਨਾਂ ਤੱਕ ਹੀ ਜਿਹੜੀ ਹੈਗੀ ਉਹ ਪਾ ਦੇਣੀ। ਇਸ ਤੋਂ ਬਾਅਦ ਜੇ ਅਸੀਂ ਲੇਟ ਕਰਦੇ ਹਾਂ ਤਾਂ ਉਹਦੇ ਜਿਹੜੇ ਹੈਗੇ ਕੁਝ ਫਾਇਦੇ ਦੇ ਨਾਲ ਥੋੜੇ ਜਿਹਾ ਜਿਹੜਾ, ਕਿਉਂਕਿ ਉਹ ਘੱਟ ਸਮਾਂ ਲੈਣ ਵਾਲੀ ਹੈ, ਇਸ ਕਰਕੇ ਪਕਾਚ ਥੋੜੀ ਬਹੁਤੀ ਜਿਹੜੀ ਹੈਗੀ ਉਹ ਅੱਗੇ ਤੋਂ ਪਿੱਛੇ ਤੋਂ ਹੋ ਜਾਂਦੀ ਹੈ, ਜਿਹਦੇ ਕਰਕੇ ਝਾੜ ਤੇ ਉਹਨਾਂ ਸਖਾਵਾਂ ਅਸਰ ਨਹੀਂ ਹੁੰਦਾ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਇਹ ਕੁਝ ਅਹਿਮ ਤੱਤ ਨੇ ਜਿਨ੍ਹਾਂ ਦੀ ਪੂਰਤੀ ਦੇ ਵੱਲ ਕਿਸਾਨ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਸ਼ੁਰੂਆਤੀ ਸਮੇਂ ਦੇ ਵਿੱਚ ਤੁਸੀਂ ਸੂਖਮ ਤੱਤਾਂ ਦੀ ਗੱਲ ਕੀਤੀ ਕਿ ਸੂਖਮ ਤੱਤ ਵੀ ਉਨੀ ਹੀ ਅਹਿਮੀਅਤ ਸਾਡੀ ਫਸਲ ਦੇ ਲਈ ਰੱਖਦੇ ਨੇ ਜਿੰਨੇ ਕਿ ਮੁੱਖ ਤੱਤ ਰੱਖਦੇ ਨੇ। ਤਾਂ ਸੂਖਮ ਤੱਤਾਂ ਦੀ ਜਿਹੜੀ ਵੰਡ ਹੈ ਜਾਂ ਪਾਉਣ ਦਾ ਸਮਾਂ ਉਹ ਕਿਹੋ ਜਿਹਾ ਹੋਣਾ ਚਾਹੀਦਾ ਝੋਨੇ ਦੀ ਫਸਲ ਲਈ? ਝੋਨੇ ਦੀ ਫਸਲ 'ਚ ਜਿਹੜੀ ਹੈਗੀ ਆ ਮਤਲਬ ਜਿਵੇਂ ਹੁਣੀ ਆਪਣਾ ਇੱਕ ਸਵਾਲ ਵੀ ਆਇਆ ਸੀਗਾ, ਜ਼ਿੰਕ ਸਲਫੇਟ ਦੀ ਗੱਲ ਕਰ ਰਹੇ ਸੀ, ਜਾਂ ਮਤਲਬ ਇਹਦੇ ਨਾਲ ਲੋਹੇ ਦੀ ਘਾਟ ਵੀ ਕਈ ਥਾਵਾਂ ਤੇ ਆਉਂਦੀ ਹੈ। ਪਾਰਟੀਕੂਲਰਲੀ ਲੋਹੇ ਦੀ ਘਾਟ ਜਿਹੜੀ ਉਹ ਪਨੀਰੀ 'ਚ ਆਬਜ਼ਰਵ ਕੀਤੀ ਗਈ ਹੈ, ਦੇਖੀ ਗਈ ਹੈ। ਜਾਂ ਇਸ ਕਰਕੇ ਸਿੱਧੀ ਬਿਜਾਈ ਥੱਲੇ ਵੀ ਜਿਹੜਾ ਕਾਫੀ ਵਧੀਆ ਰਕਬਾ ਹੈਗਾ, ਕਾਫੀ ਜ਼ਿਆਦਾ ਅੱਛਾ ਰਕਬਾ ਹੈਗਾ, ਉੱਥੇ ਵੀ ਕਿਉਂਕਿ ਹਲਕੀਆਂ ਜ਼ਮੀਨਾਂ ਨੇ ਪਾਣੀ ਜਿਹੜਾ ਹੈਗਾ ਬਹੁਤ ਛੇਤੀ ਜੀਰ ਜਾਂਦਾ। ਜਿੱਥੇ ਪਾਣੀ ਦੀ ਵੀ ਘਾਟ ਆਉਂਦੀ ਹੈ ਤਾਂ ਉੱਥੇ ਜਿਹੜੀ ਹੈਗੀ ਲੋਹੇ ਦੀ ਘਾਟ ਆ ਜਾਂਦੀ ਹੈ। ਲੋਹੇ ਦੀ ਘਾਟ ਦੀ ਪੂਰਤੀ ਜਿਹੜੀ ਹੈਗੀ ਹੈ ਕਿ ਮਤਲਬ ਆਪਾਂ ਗੱਲ ਕਰੀਏ ਕਿ ਇੰਟਰਵੀਨਲ ਪ੍ਰੋਸੈਸ ਅਸੀਂ ਕਹਿੰਦੇ ਕਿ ਜਿਹੜਾ ਹੈਗਾ ਮੁੱਖ ਨਾੜ ਨੂੰ ਛੱਡ ਕੇ ਜੇ ਪੱਤੇ ਨੂੰ ਥੋੜਾ ਜਿਹਾ ਧਿਆਨ ਨਾਲ ਦੇਖੀਏ, ਪਹਿਲਾਂ ਤਾਂ ਉਹਦੀ ਪਹਿਚਾਣ ਕਰਨ ਦੀ ਜ਼ਰੂਰਤ ਹੈ। ਜਿਵੇਂ ਅਸੀਂ ਪਹਿਲਾਂ ਵੀ ਮਤਲਬ ਸਵਾਲ ਦੇ ਵਿੱਚ ਵੀ ਗੱਲ ਕਰ ਰਹੇ ਸੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਸੱਚੀਓ ਕਿਸੇ ਖੁਰਾਕੀ ਤੱਤ ਦੀ ਘਾਟ ਹੈ। ਜਿਵੇਂ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਕੁਝ ਹੋਰ ਨੇ, ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਕੁਝ ਹੋਰ ਨੇ। ਕਈ ਵਾਰੀ ਇਹ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਕਿਸੇ ਬਿਮਾਰੀ ਦੇ ਹਮਲੇ ਵੇਲੇ ਹੁਣ ਉਹਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਕਲੀਅਰ ਕੱਟ ਜਿਹੜਾ ਹੈਗਾ ਇਹ ਪਤਾ ਹੋਣਾ ਚਾਹੀਦਾ ਵੀ ਇਹਦਾ ਮਤਲਬ ਜਿਹੜਾ ਕਿ ਪੱਤਿਆਂ ਦਾ ਹਰਾ ਰੰਗ ਆ ਜਾਂ ਮਤਲਬ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ, ਪੱਤਿਆਂ 'ਚ ਪੀਲਾਪਨ ਆ ਰਿਹਾ, ਜਾਂ ਪੱਤਿਆਂ ਜਿਹੜਾ ਹੈਗਾ ਫਸਲ ਦਾ ਸਾਡਾ ਵਾਧਾ ਨਹੀਂ ਹੋ ਰਿਹਾ, ਇਹਦਾ ਅਸਲ ਕਾਰਨ ਕੀ ਹੈ। ਜਦੋਂ ਸਾਨੂੰ ਉਹਦੀ ਪਹਿਚਾਣ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਉਹਦਾ ਹੱਲ ਕਰਦੇ ਹਾਂ। ਤੇ ਜਦੋਂ ਤੱਕ ਮਤਲਬ ਗੱਲ ਕਰ ਲਈਏ ਆਪਣਾ ਖੁਰਾਕੀ ਤੱਤਾਂ ਦੀ, ਸੂਖਮ ਤੱਤਾਂ ਦੀ, ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦੀ ਗੱਲ ਕਰ ਲਈਏ ਤਾਂ ਜਿਹੜਾ ਹੈਗਾ ਮਤਲਬ ਤੁਸੀਂ ਕਹ ਲਓ ਕਿ ਜਿਹੜੇ ਵਿਚਕਾਰਲੇ ਪੱਤੇ ਆ ਉਹ ਪਿਲੱਤਣ ਸ਼ੁਰੂ ਕਰਦੇ ਆ। ਜਦੋਂ ਜਿਵੇਂ ਇਹਦੀ ਘਾਟ ਵੱਧਦੀ ਜਾਂਦੀ ਹੈ ਤਾਂ ਇਹ ਕਹ ਲਓ ਕਿ ਤੁਸੀਂ ਉਹ ਜਿਹੜੇ ਉਹਦੇ ਵਿੱਚ ਧੱਬੇ ਬਣਨੇ ਸੀਗੇ ਹਨਾ, ਭੂਰੇ ਜਿਹੇ ਧੱਬੇ ਬਣਦੇ, ਉਸ ਤੋਂ ਬਾਅਦ ਜਿਹੜੇ ਹੈਗੇ ਉਹ ਪੀਲੇ ਹੋ ਜਾਂਦੇ, ਬ੍ਰਾਊਨਿੰਗ ਜਿਹਨੂੰ ਕਹਿੰਦੇ ਜੰਗਾਲੇ 'ਚ ਲੱਗਣ ਲੱਗਦੇ ਆ। ਤਾਂ ਉਹ ਜਿਹੜੇ ਹੈਗੇ ਧੱਬੇ ਬਣਨੇ ਸੀਗੇ ਉਹ ਧਾਰੀਆਂ ਦੇ ਰੂਪ ਅਖਤਿਆਰ ਕਰ ਲੈਂਦੇ ਆ, ਜਦੋਂ ਕਿ ਮੇਨ ਜਿਹੜੀਆਂ ਮੁੱਖ ਨਾੜੀਆਂ ਨੇ ਉਹ ਹਰੀਆਂ ਰਹਿਣਗੀਆਂ। ਤਾਂ ਜਦੋਂ ਜਿਵੇਂ ਦੀ ਘਾਟ ਵਧਣੀ ਹੈ ਤਾਂ ਜਿਹੜਾ ਹੈਗਾ ਵਿਚਕਾਰੋਂ ਕਈ ਵਾਰੀ ਜਿਹੜੀ ਮੁੱਖ ਨਾੜ ਟੁੱਟ ਕੇ ਪੱਤਾ ਲਮਕ ਜਾਂਦਾ, ਜਿਹਨੂੰ ਅਸੀਂ ਕਹਿੰਦੇ ਕਿ ਪੱਤੇ ਦਾ ਲੱਕ ਜਿਹਾ ਟੁੱਟ ਗਿਆ ਹਨਾ। ਤਾਂ ਉਸ ਕੇਸ 'ਚ ਜਿਹੜਾ ਹੈਗਾ ਸਾਡੇ ਕੋਲੇ ਜ਼ਿੰਕ ਸਲਫੇਟ, ਜੇ ਅਸੀਂ 21% ਵਾਲੀ ਵਰਤ ਰਹੇ ਹਾਂ ਤਾਂ 25 ਕਿਲੋ ਜ਼ਿੰਕ ਸਲਫੇਟ ਉਹ ਸਾਡੀ ਯੂਨੀਵਰਸਿਟੀ ਮਤਲਬ ਮਾਹਰਾਂ ਨੇ ਉਹ ਸਿਫਾਰਿਸ਼ ਕੀਤੀ ਹੈ ਕਿ ਜਿੱਥੇ ਸਾਨੂੰ ਪਤਾ ਲੱਗਦਾ ਕਿ ਪਿਛਲੇ ਸਾਲ ਵੀ ਇਹ ਘਾਟ ਆਈ ਸੀ, ਉਸ ਤੋਂ ਪਿਛਲੇ ਸਾਲ ਵੀ ਲਗਾਤਾਰ ਜੇ ਘਾਟ ਆ ਰਹੀ ਹੈ ਤਾਂ ਅਸੀਂ ਕਹਿੰਦੇ ਕਿ 25 ਕਿਲੋ ਜ਼ਿੰਕ ਸਲਫੇਟ ਜਿਹੜਾ ਹੈਗਾ ਉਹ ਕੱਦੂ ਕਰਨ ਵੇਲੇ ਹੀ ਪਾ ਦਿੱਤਾ ਜਾਵੇ। ਅਗਰ ਅਸੀਂ 33% ਵਾਲਾ ਜਿਹੜਾ ਹੈਗਾ ਜ਼ਿੰਕ ਸਲਫੇਟ ਅਸੀਂ ਵਰਤ ਰਹੇ ਹਾਂ ਤਾਂ ਉਹਦੀ ਜਿਹੜੀ ਮਿਕਦਾਰ ਆ ਉਹ 16 ਕਿਲੋ ਹੈ। ਔਰ ਉਸ ਦੇ ਬਾਵਜੂਦ ਵੀ ਜੇਕਰ ਫਿਰ ਵੀ ਘਾਟ ਆ ਰਹੀ ਹੈ, ਜਿਵੇਂ ਕਹ ਲਓ ਕਿ ਧੌੜੀਆਂ 'ਚ ਕਿਤੇ ਨਾ ਕਿਤੇ ਜਿਹੜਾ ਕਿ ਸਾਨੂੰ ਉਹ ਦਿਖਦਾ ਹੈ, ਤਾਂ ਉਹਦਾ ਜਿਹੜਾ ਹੈਗਾ ਫਿਰ ਉਸ ਹਿਸਾਬ ਨਾਲ ਜਿਹੜਾ ਹੈਗਾ ਇਹ ਜ਼ਿੰਕ ਸਲਫੇਟ ਫੋਲੀਅਰ ਵੀ ਕੀਤਾ ਜਾ ਸਕਦਾ ਹੈਗਾ, ਜਾਂ ਜਿਹੜਾ ਹੈਗਾ ਉਹ ਮਿੱਟੀ 'ਚ ਮਿਲਾ ਕੇ ਜਿਹੜਾ ਹੈਗਾ ਉਹਦੀ ਮਾਤਰਾ ਜਿਹੜੀ ਸੀਗੀ ਫਿਰ ਦੁਬਾਰਾ ਅਸੀਂ ਅਪਲਾਈ ਕਰ ਸਕਦੇ ਹਾਂ। ਜਿਹੜੀ ਦੀ ਨਿਰੰਤਰ ਕਿਸਾਨ ਵੀਰਾਂ ਨੂੰ ਮਾਹਰਾਂ ਦੇ ਸੰਪਰਕ ਦੇ ਵਿੱਚ ਰਹਿਣਾ ਚਾਹੀਦਾ। ਸਮੇਂ ਅਨੁਸਾਰ ਜੇਕਰ ਕੋਈ ਵੀ ਕਮੀ ਹੈ ਜਾਂ ਕੋਈ ਵੀ ਨਿਸ਼ਾਨੀਆਂ ਨੇ ਜਿਹੜੀਆਂ ਉਹਨਾਂ ਦੇ ਖੇਤ ਦੇ ਵਿੱਚ ਆਉਂਦੀਆਂ ਨੇ ਤਾਂ ਮਾਹਰਾਂ ਦੇ ਨਾਲ ਜਿਹੜਾ ਆਪਣਾ ਸੰਪਰਕ ਹੈ ਉਹ ਬਣਾ ਸਕਦੇ ਨੇ। ਜੀ ਬਿਲਕੁਲ, ਕਿਉਂਕਿ ਇਹ ਤਾਂ ਜਿਹੜੀ ਹੈਗੀ ਮਤਲਬ ਨਿਰੰਤਰ ਜਿਹੜਾ ਹੈਗਾ ਸਾਨੂੰ ਨਿਗਰਾਨੀ ਕਰਨੀ ਪਏਗੀ ਹਨਾ। ਸਵੇਰੇ ਜਾਂਦੇ ਹਾਂ, ਸ਼ਾਮ ਜਾਂਦੇ ਹਾਂ, ਜਦੋਂ ਵੀ ਜਾਂਦੇ ਹਾਂ ਤਾਂ ਜਿੱਥੇ ਵੀ ਸਾਨੂੰ ਲੱਗਦਾ ਕਿ ਜਿਹੜਾ ਹੈਗਾ ਕੋਈ ਫਸਲ ਦਾ ਦੋਗੀ ਜਿਹੜੀ ਹੈਗੀ ਉਹ ਮਾੜੀ ਰਹਿ ਰਹੀ ਹੈ ਤਾਂ ਜਾਂ ਮਤਲਬ ਜਿਹੜਾ ਹੈਗਾ ਜਿਵੇਂ ਵੱਟਾਂ ਦੇ ਨਾਲ ਜਿਹੜਾ ਹੈਗਾ ਸਿੱਧੀ ਬਿਜਾਈ ਵਾਲਾ ਜਿਹੜਾ ਹੈਗਾ ਖਾਸ ਕਰਕੇ ਉਹ ਪਲੈਤਨ ਮਾਰ ਰਿਹਾ ਤਾਂ ਉੱਥੇ ਉਹ ਓਬਵੀਅਸਲੀ ਇੱਕ ਉਹ ਲੋਹੇ ਦੀ ਘਾਟ ਹੀ ਹੋਏਗੀ। ਉਸ ਕੇਸ 'ਚ ਜਿਹੜਾ ਹੈਗਾ ਸਲਫੇਟ ਅਸੀਂ ਕਹਿੰਦੇ ਕਿ 100 ਲੀਟਰ ਪਾਣੀ 'ਚ ਅੱਧਾ ਕਿਲੋ, ਜੇਕਰ ਥੋੜੀ ਜਿਹੀ ਘੱਟ ਜ਼ਿਆਦਾ ਹੈਗੀ ਹੈ ਤਾਂ ਅਸੀਂ ਉਹਦੀ ਮਾਤਰਾ 1 ਕਿਲੋ ਤੱਕ ਵੀ ਵਧਾ ਸਕਦੇ ਹਾਂ ਉਹਦਾ ਫੋਲੀਅਰ ਐਪਲੀਕੇਸ਼ਨ, ਕਿਉਂਕਿ ਲੋਹੇ ਦੀ ਜਿਹੜੀ ਪੂਰਤੀ ਉਹ ਸਿਰਫ ਤੇ ਸਿਰਫ ਸਪਰੇਅ ਨਾਲ ਹੀ ਸੰਭਵ ਹੈ। ਜੀ ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਗੱਲ ਕੀਤੀ ਕਿ ਕਿਵੇਂ ਅਸੀਂ ਵੱਖ-ਵੱਖ ਖਾਦਾਂ ਦੀ ਜਿਹੜੀ ਪੂਰਤੀ ਹੈ, ਬੇਸ਼ੱਕ ਉਹ ਮੁੱਖ ਤੱਤ ਨੇ ਜਾਂ ਸੂਖਮ ਤੱਤ ਨੇ, ਉਹਨਾਂ ਦੀ ਕਰ ਸਕਦੇ ਹਾਂ। ਇੱਕ ਕਿਸਾਨ ਵੀਰ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਉਹਨਾਂ ਦਾ ਸਵਾਲ ਵੀ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਵਿਕਰ ਸਿੰਘ ਬੋਲਦਾ ਬੰਗੀ ਨਿਹਾਲ ਸਿੰਘ ਤੋਂ ਜੀ। ਸਵਾਲ ਕੀ ਹੈ ਜੀ ਤੁਹਾਡਾ? ਅਸੀਂ ਜੰਤਰ ਬੀਜਿਆ ਹੋਇਆ ਬਾਂਹ 'ਚ ਤੇ PR 126 ਝੋਨਾ ਲਾਉਣਾ ਜੀ, ਤੇ ਐਂ ਪੁੱਛਣਾ ਜੀ ਵੀ ਜੰਤਰ ਵੀ ਕਿਹੜੀ ਸਾਨੂੰ ਖਾਦ ਪਾਉਣ ਦੀ ਹੁਣ ਲੋੜ ਨਹੀਂ ਹੈਗੀ, ਵੀ ਜੰਤਰ ਕਿਹੜੀਆਂ ਘਾਟਾਂ ਪੂਰਾ ਕਰੂ ਜੀ?
ਜੰਤਰ 45 ਦਿਨ ਤੱਕ ਆਪਾਂ ਵਾਹ ਦੇਂਗੇ ਦੋਸਤ। ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਨਾਲ ਤਕਰੀਬਨ ਤੁਸੀਂ ਕਹ ਲਓ ਕਿ ਅੱਧੀ ਯੂਰੀਆ ਖਾਦ ਜਿਹੜੀ ਤੁਹਾਡੀ ਉਹ ਪੂਰੀ ਹੋ ਜਾਣੀ ਹੈ। ਨਹੀਂ, ਜਿਵੇਂ ਲੋਹਾ ਘਾਟ ਜਿੰਕ ਹੋ ਗਈ, ਜੇ ਆਪਾਂ ਪਹਿਲਾਂ ਪਾਉਣੇ ਹੁੰਦੇ ਜੀ, ਇਹਦੀ ਲੋੜ ਹੈਗੀ ਕਿ ਨਹੀਂ? ਇਹ ਤਾਂ ਤੁਸੀਂ ਜਿਹੜਾ ਹੈਗਾ ਇਹਦੇ ਚ ਮੈਂ ਤੁਹਾਨੂੰ ਇਹੀ ਫਿਰ ਮਤਲਬ ਆਪਾਂ ਗੱਲ ਕਰਾਂਗੇ ਕਿ ਇਹ ਪਹਿਲਾਂ ਮਿੱਟੀ ਪਰਖ ਕਰਵਾ ਲਈਏ, ਠੀਕ ਹੈ। ਉਸ ਤੋਂ ਬਾਅਦ ਜੇਕਰ ਆਪਣੇ ਕੋਲ ਜ਼ਮੀਨ 'ਚ ਲੱਗਦਾ ਕਿ ਸਟੇਟਸ ਇਹਦਾ ਜਿੰਕ ਸਲਫੇਟ ਜਿੰਕ ਦਾ ਜਾਂ ਲੋਹੇ ਦਾ ਜਿਹੜਾ ਹੈਗਾ ਉਹ ਘੱਟ ਹੈ, ਤਾਂ ਜੇਕਰ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਝੋਨਾ ਲਾ ਦੋਗੇ ਜੇ ਉਹਦੇ 'ਚ ਆਪਾਂ ਨੂੰ ਘਾਟ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਤਾਂ ਫਿਰ ਆਪਾਂ ਜਿਹੜਾ ਹੈਗਾ ਉਹਦਾ ਹੱਲ ਕਰ ਸਕਦੇ ਹਾਂ। ਅਦਰਵਾਈਜ਼ ਮੇਰੇ ਖਿਆਲ ਜਿਹੜਾ ਹੈਗਾ ਉਹ ਘਾਟ ਆਉਣ ਦੀ ਚਾਂਸ ਬਹੁਤ ਘੱਟ ਹੁੰਦੇ ਨੇ। ਇੱਕ ਜਿਹੜੀ ਮੂੰਗੀ ਵੀ ਵਿੱਚ ਵਾਹੀ ਹੋਈ ਹੈ ਜੀ, ਮੂੰਗੀ ਵਿੱਚ ਵਾਹ ਕੇ ਉਹਦੇ ਵਿੱਚ ਵੀ ਕੋਈ ਆਪਾਂ ਨੂੰ ਉਹੀ ਐਕਚੁਅਲੀ ਨਾ ਜਿਹੜੀਆਂ ਮਤਲਬ ਜੈਵਿਕ ਖਾਦਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਇਹ 2-3 ਸਾਲ ਬਾਅਦ ਆਪਣਾ ਅਸਰ ਦਿਖਾਉਂਦੀਆਂ ਨੇ। ਮਤਲਬ ਤੁਸੀਂ ਲਗਾਤਾਰ ਕਰਦੇ ਹੋ, ਇਹਨਾਂ ਦੀ ਕਾਸ਼ਤ ਕਰਦੇ ਹੋ, ਜ਼ਮੀਨ 'ਚ ਵਾਹ ਦਿੰਦੇ ਹੋ, ਤਾਂ 2-3 ਸਾਲਾਂ ਬਾਅਦ ਅਸੀਂ ਮਤਲਬ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਉਹਦੇ 'ਚ ਛੋਟੇ ਤੱਤ ਨੇ, ਖਾਸ ਕਰਕੇ ਹਨਾ ਜਿੰਕ ਹੈ ਜਾਂ ਜਿਹੜਾ ਹੈਗਾ ਲੋਹਾ ਹੈ, ਇਹਦੀ ਘਾਟ ਆਉਣ ਦੇ ਚਾਂਸਸ ਬਹੁਤ ਘੱਟ ਜਾਣਗੇ। ਹੋਰ ਤੱਤਾਂ ਤੇ ਜਿਹੜੀ ਨਿਰਭਰਤਾ ਉਹ ਘਟਾਈ ਜਾ ਸਕਦੀ ਹੈ। ਠੀਕ ਹੈ ਸਰ ਜੀ, ਮਿਹਰਬਾਨੀ ਜੀ। ਕਿਤੇ ਨਾ ਕਿਤੇ ਤੁਸੀਂ ਜਿਹੜਾ ਆਪਣਾ ਮਿੱਟੀ ਪਰਖ ਟੈਸਟ ਹੈ ਉਹ ਜ਼ਰੂਰ ਕਰਵਾ ਸਕਦੇ ਹੋ, ਕਿਉਂਕਿ ਇਸ ਦੇ ਨਾਲ ਜਿਹੜੇ ਛੋਟੇ ਤੱਤ ਨੇ ਉਹਨਾਂ ਦੀ ਮਾਤਰਾ ਦੀ ਕਿੰਨੀ ਲੋੜ ਹੈ ਜਾਂ ਕਿਸ ਹਿਸਾਬ ਦੇ ਨਾਲ ਪਾਉਣੀ ਹੈ ਤਾਂ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕਦਾ ਹੈ। ਸਟੂਡੀਓ ਦੇ ਵਿੱਚ ਕਾਲ ਕਰਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾਕਟਰ ਸਾਹਿਬ, ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਝਾੜ ਵਧਾਉਣ ਦੀ, ਕਿਉਂਕਿ ਖਾਦਾਂ ਦੀ ਵਰਤੋਂ ਅਕਸਰ ਕਿਸਾਨ ਵੀਰ ਝਾੜ ਵਧਾਉਣ ਦੇ ਲਈ ਕਰਦੇ ਆ, ਕਿਉਂਕਿ ਪੌਦੇ ਦੀ ਜਿਹੜੀ ਸਿਹਤ ਹੈ ਉਸ ਦਾ ਖਿਆਲ ਤਾਂ ਉਹਨਾਂ ਨੇ ਰੱਖਣਾ ਹੀ ਰੱਖਣਾ ਹੈ, ਪਰ ਉਹਨਾਂ ਦਾ ਜਿਹੜਾ ਮੁੱਖ ਮੰਤਵ ਹੈ ਉਹ ਫਸਲ ਦਾ ਝਾੜ ਵਧਾਉਣਾ ਹੈ। ਤਾਂ ਝਾੜ ਵਧਾਉਣ ਦੇ ਲਈ ਕੀ ਅਖੀਰਲੇ ਸਮੇਂ ਦੇ ਵਿੱਚ ਜਾ ਕੇ ਵੀ ਕੋਈ ਖਾਦਾਂ ਨੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਣੀ ਆ, ਜਾਂ ਜੇਕਰ ਕੋਈ ਬੂਟੇ ਕਮਜ਼ੋਰ ਰਹਿ ਗਏ ਤਾਂ ਉਹਨਾਂ ਦੀ ਵੀ ਸਾਂਭ ਸੰਭਾਲ ਜਿਹੜੀ ਆ ਉਹ ਅਖੀਰਲੇ ਸਮੇਂ ਦੇ ਵਿੱਚ ਜਾ ਕੇ ਕੀਤੀ ਜਾ ਸਕਦੀ ਹੈ? ਇਹਦੇ 'ਚ ਮਤਲਬ ਜਿਹੜੀ ਹੈਗੀ ਆ ਪਹਿਲੀ ਗੱਲ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲਗਾਤਾਰ ਸਾਨੂੰ ਜਿਹੜਾ ਹੈਗਾ ਉਹ ਸਤਰਕ ਰਹਿਣਾ ਪਏਗਾ ਕਿ ਕਿਸੇ ਵੀ ਸਟੇਜ ਤੇ ਜਿਹੜੀ ਹੈਗੀ ਆ ਖੁਰਾਕੀ ਤੱਤ ਦੀ ਕੋਈ ਕਮੀ ਆ ਰਹੀ ਹੈ, ਔਰ ਜਿਹੜੇ ਖੁਰਾਕੀ ਤੱਤ ਦੀ ਕਮੀ ਆ ਰਹੀ ਹੈ ਸਾਨੂੰ ਉਹਦੀ ਪਹਿਚਾਣ ਕਰਨੀ ਪਏਗੀ। ਜਿੰਕ ਸਲਫੇਟ ਦੀ ਮੰਨ ਲਓ ਜਿਹੜੀ ਹੈਗੀ ਛੇਤੀ ਜਿਹੜੀ ਹੈਗੀ ਉਹ ਕਮੀ ਆ ਸਕਦੀ ਹੈ, ਤਾਂ ਜਿੰਕ ਸਲਫੇਟ ਫੋਲੀਅਰ ਜਾਂ ਮਗਲੇ ਛਿੜਕਾਅ ਕਰਕੇ ਵੀ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਅਗਰ ਮਤਲਬ ਗੱਲ ਕਰ ਲਈਏ ਕਿ ਕਿਸੇ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਹੈ, ਪਰ ਜਿਹੜਾ ਹੈਗਾ ਝੋਨੇ ਦੇ ਮਾਮਲੇ 'ਚ 70 ਦਿਨ ਤੋਂ ਬਾਅਦ ਅਸੀਂ ਕਹਿੰਦੇ ਕਿ ਜਾਂ ਜਦੋਂ ਨਸਾਰਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਯੂਰੀਆ ਖਾਦ ਨਾ ਵਰਤੀਏ, ਕਿਉਂਕਿ ਉਸ ਵੇਲੇ ਜਿਹੜਾ ਹੈਗਾ ਬੇਸ਼ੱਕ ਇਹਦਾ ਜਿਹੜਾ ਹੈਗਾ ਕਹ ਲਓ ਕਿ ਵੈਜੀਟੇਟਿਵ ਫੇਜ਼ ਜਿਹੜਾ ਹੈਗਾ ਵਾਧੇ ਵਾਲਾ ਜਿਹੜਾ ਫੇਜ਼ ਆ ਉਹ ਕੰਪਲੀਟ ਹੋ ਚੁੱਕਿਆ ਹੁੰਦਾ ਔਰ ਇਹਨੇ ਦਾਣਿਆਂ ਵੱਲ ਜਿਹੜਾ ਜਾਣਾ ਹੁੰਦਾ। ਅਗਰ ਅਸੀਂ ਉਸ ਸਟੇਜ ਤੇ ਯੂਰੀਆ ਖਾਦ ਦੀ ਜਿਹੜੀ ਕੀ ਆ ਮਤਲਬ ਡੋਜ਼ ਦੇ ਦਿੰਦੇ ਆ ਜਾਂ ਯੂਰੀਆ ਖਾਦ ਪਾ ਦਿੰਦੇ ਆ ਤਾਂ ਇਹਨਾਂ ਫੇਰ ਜਿਹੜਾ ਹੈਗਾ ਮਤਲਬ ਉਹ ਸਾਡੇ ਦਾਣੇ ਜਿਹੜੇ ਹੈਗੇ ਕਈ ਵਾਰੀ ਉਹ ਫੋਕ ਬਣ ਜਾਂਦੀ ਹੈ, ਕੱਚੇ ਰਹਿ ਜਾਂਦੇ ਨੇ। ਮੋਰ ਓਵਰ ਕੀ ਹੈ ਕਿ ਉਸ ਵੇਲੇ ਬੂਟਾ ਪੂਰਾ ਕੱਚਾ ਹੋ ਜਾਂਦਾ, ਇੱਕ ਵਾਰੀ ਕਲੀ ਹਨਾ ਹਰਾ ਰੰਗ ਵੱਧ ਜਾਂਦਾ ਔਰ ਜਿਹੜਾ ਕਿ ਸੈੱਲ ਸੈਪ ਆ ਉਹ ਇਸ ਤਰ੍ਹਾਂ ਦਾ ਮਤਲਬ ਕਹ ਲਓ ਕਿ ਮਿਠਾਸ ਉਹਦੇ ਚ ਪੈਦਾ ਹੋ ਜਾਂਦੀ ਹੈ ਕਿ ਕੀੜੇ ਮਕੌੜਿਆਂ ਦਾ ਹਮਲਾ ਵਧਣ ਦੇ ਚਾਂਸ ਬਣ ਜਾਂਦੇ ਆ। ਔਰ ਜਿੱਥੇ ਕੀੜੇ ਮਕੌੜੇ ਹਮਲਾ ਕਰਨਗੇ ਤੁਸੀਂ ਦੇਖ ਲਓ ਕਿ ਉੱਥੇ ਜਿਹੜਾ ਹੈਗਾ ਉਹਨਾਂ ਦਾ ਮਲ ਤਿਆਗ ਵੀ ਕਰਨਗੇ ਔਰ ਉਹ ਜਿਹੜੇ ਹੈਗਾ ਸਾਡੇ ਬੂਟੇ ਨੂੰ ਪੰਚਰ ਵੀ ਕਰਨਗੇ। ਤਾਂ ਕਿਉਂਕਿ ਉਸ ਤਰ੍ਹਾਂ ਦਾ ਐਟਮੋਸਫੇਅਰਿਕ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਹੋਣਗੀਆਂ ਤਾਂ ਮੁੜ ਕੇ ਕਿਤੇ ਨਾ ਕਿਤੇ ਕੋਈ ਉੱਲੀ ਨਾ ਜਿਹੜੀ ਹੈਗੀ ਉਹ ਵੀ ਹਮਲਾ ਕਰ ਦਿੰਦੀ ਹੈ। 2-3 ਖਰਚੇ ਵਧਣਗੇ। ਪਹਿਲੀ ਗੱਲ ਤਾਂ ਸਾਨੂੰ ਉੱਲੀ ਨਾਸ਼ਕ ਕੋਈ ਸਪਰੇਅ ਕਰਨਾ ਪਏਗਾ ਔਰ ਉਹਦੇ ਨਾਲ ਕੀੜੇ ਮਕੌੜੇ ਦਾ ਜਿਹੜਾ ਹਮਲਾ ਉਹਨੂੰ ਰੋਕਣ ਵਾਸਤੇ ਵੀ ਜਿਹੜਾ ਸਾਨੂੰ ਕੋਈ ਨਾ ਕੋਈ ਪੈਸਟੀਸਾਈਡ ਸਪਰੇਅ ਕਰਨਾ ਪਏਗਾ। ਐਡੀਸ਼ਨਲ ਵਾਧੂ ਖਰਚਾ ਜਿਹੜਾ ਹੈਗਾ ਸਾਡੀ ਜੇਬ ਤੇ ਜਿਹੜਾ ਹੈਗਾ ਵਾਧੂ ਬੋਝ ਜਿਹੜਾ ਉਹ ਪਏਗਾ। ਔਰ ਉਹਦੇ ਬਜਾਏ ਜਿਹੜਾ ਹੈਗਾ ਜਦੋਂ ਅਸੀਂ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਘਾਟ ਆ ਜਾਂਦੀ ਹੈ ਜਾਂ ਐਨਵਾਇਰਨਮੈਂਟਲ ਕੰਡੀਸ਼ਨ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਕਿ ਸੱਚੀ ਹੀ ਲੱਗਦਾ ਕਿ ਪੌਦੇ ਦਾ ਜਿਹੜਾ ਹੈਗਾ ਵਿਕਾਸ ਜਾਂ ਵਾਧਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਤਾਂ ਉੱਥੇ ਜਿਹੜੀ ਹੈਗੀ ਇੱਕ ਵਾਰੀ ਕਿਸੇ ਵੀ ਖੇਤੀ ਮਾਹਰ ਨਾਲ ਗੱਲ ਜ਼ਰੂਰ ਕਰ ਲਈਏ, ਠੀਕ ਹੈ। ਕਿਸੇ ਜਿਹੜਾ ਕਿ ਜਾਂ 2-4 ਬੂਟੇ ਜਿਹੜੇ ਹੈਗੇ ਆ ਉਹ ਪੱਟ ਕੇ ਕਿਸੇ ਮਤਲਬ ਕ੍ਰਿਸ਼ੀ ਵਿਗਿਆਨ ਕੇਂਦਰ ਕਹਿ ਸਕਦੇ ਹੋ ਤੁਸੀਂ, ਜਿਹੜਾ ਸਾਡਾ ਖੇਤਰੀ ਖੋਜ ਕੇਂਦਰ ਕਹਿ ਸਕਦੇ ਹੋ, ਜਾਂ ਮਹਿਕਮਾ ਖੇਤੀਬਾੜੀ ਜਿਹੜੀ ਹੈਗੀ ਉਹਨਾਂ ਦੇ ਅਫਸਰਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਤਾਂ ਕਿ ਸਾਨੂੰ ਜਿਹੜਾ ਅਸਲੀ ਰੂਪ 'ਚ ਜਿਹੜਾ ਪਤਾ ਲੱਗੇ ਵੀ ਇਹ ਵਜ੍ਹਾ ਕੀ ਹੈ, ਉਹਦਾ ਹੱਲ ਵੀ ਉਸ ਤਰ੍ਹਾਂ ਹੋ ਸਕਦਾ। ਔਰ ਦੂਸਰੀ ਗੱਲ ਕਿ ਜਦੋਂ ਆਪਾਂ ਕਹਿ ਲਈਏ ਕਿ ਝੋਨੇ ਦੀ ਗੱਲ ਹੀ ਕਰ ਲਈ ਪਾਰਟੀਕੂਲਰਲੀ, ਜਦੋਂ ਨਸਾਰਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਜਿਹੜਾ ਹੈਗਾ ਮਤਲਬ ਪੋਟਾਸ਼ੀਅਮ ਨਾਈਟ੍ਰੇਟ ਇੱਕ ਜਿਹੜੀ ਯੂਨੀਵਰਸਿਟੀ ਦੀ ਸਿਫਾਰਿਸ਼ ਹੈ ਉਹ ਸਪਰੇਅ ਕੀਤਾ ਜਾ ਸਕਦਾ। ਉਹਦੇ ਨਾਲ ਕੀ ਹੋ ਗਿਆ, ਇੱਕ ਤਾਂ ਜਿਹੜੀ ਆ ਇਸ ਵੇਲੇ ਆਪਾਂ ਪਹਿਲਾਂ ਗੱਲ ਕੀਤੀ ਕਿ ਨਾਈਟ੍ਰੋਜਨ ਦੀ ਲੋੜ ਜਿਹੜੀ ਵੱਧ ਰਹੀ ਹੈ, ਠੀਕ ਹੈ, ਉਹਨੂੰ ਕੰਪਨਸੇਟ ਕਰੇਗਾ, ਉਹਨੂੰ ਪੂਰਾ ਕਰੇਗਾ। ਔਰ ਦੂਸਰੇ ਨਾਲ ਕਿ ਪੋਟਾਸ਼ੀਅਮ ਦਾ ਆਪਣਾ ਇੱਕ ਇਸ ਤਰ੍ਹਾਂ ਦਾ ਰੋਲ ਹੈ ਕਿ ਇਹ ਪੌਦੇ ਨੂੰ ਡਿੱਗਣ ਤੋਂ ਰੋਕਦਾ, ਉਹਨੂੰ ਮਜ਼ਬੂਤੀ ਬਖਸ਼ਦਾ। ਔਰ ਜਿਵੇਂ ਆਮ ਤੌਰ ਤੇ ਜਿਹੜੀ ਆ ਜਾਂਦੀ ਕਿ ਜਦੋਂ ਤੁਸੀਂ ਕਹ ਲਓ ਕਿ ਸਤੰਬਰ ਅਕਤੂਬਰ ਜਾ ਕੇ ਕਿਤੇ ਨਾ ਕਿਤੇ ਥੋੜੀ ਬਹੁਤੀ ਤੇਜ਼ ਹਵਾ ਵੀ ਚੱਲਦੀ ਹੈ ਔਰ ਬਾਰਿਸ਼ਾਂ ਵੀ ਆ ਜਾਂਦੀਆਂ ਤਾਂ ਝੋਨੇ ਦੀ ਫਸਲ ਜਿਹੜੀ ਹੈਗੀ ਬਹੁਤ ਜ਼ਿਆਦਾ ਡਿੱਗ ਜਾਂਦੀ ਹੈ। ਉਹਦੇ ਨਾਲ ਸਾਡਾ ਜਿਹੜਾ ਹੈਗਾ ਝਾੜ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਉਸ ਚੀਜ਼ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ ਹੈਗਾ ਇਹ ਕਾਫੀ ਹੈਲਪਫੁਲ ਹੋ ਸਕਦਾ। 13045 ਦੇ ਨਾਮ ਤੇ ਆਮ ਸਾਡੇ ਕਿਸਾਨ ਵੀਰ ਨੂੰ ਜਾਣਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਖਾਦਾਂ ਨੇ ਜਿਨ੍ਹਾਂ ਦਾ ਖਿਆਲ ਖਾਸ ਕਰਕੇ ਝੋਨੇ ਦੀ ਫਸਲ ਦੇ ਵਿੱਚ ਰੱਖਣਾ। ਬੇਸ਼ੱਕ ਇਸ ਸਮੇਂ ਦੇ ਉੱਤੇ ਸਾਡੇ ਕਿਸਾਨ ਵੀਰ ਇਸ ਚੀਜ਼ ਦੀ ਜਿਹੜੀ ਬਿਜਾਈ ਹੈ ਉਹ ਕਰ ਰਹੇ ਨੇ। ਇਸ ਫਸਲ ਦੀ ਬਾਸਮਤੀ ਦੀ ਬਿਜਾਈ ਵੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਨਾਲੋਂ ਨਾਲ ਚੱਲ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਵੱਖ-ਵੱਖ ਕਿਸਮਾਂ ਦੀ ਜਿਹੜੀ ਬਿਜਾਈ ਹੈ ਉਹ ਕਰਨੀ ਹੈ। ਬੇਸ਼ੱਕ ਸਾਡੇ ਕੋਲੇ ਚੰਦ ਮਿੰਟਾਂ ਦਾ ਜਿਹੜਾ ਸਮਾਂ ਹੈ ਉਹ ਰਹਿ ਰਿਹਾ। ਇਸ ਦੇ ਨਾਲ ਆਪਾਂ
ਜਲਦੀ ਦੇ ਨਾਲ ਇਹ ਗੱਲ ਜ਼ਰੂਰ ਕਰਾਂਗੀ ਕਿ ਨਰਮੇ ਦੀ ਜਿਹੜੀ ਫਸਲ ਹੈ ਉਸ ਦੀ ਬਿਜਾਈ ਹੈ ਜਿਹੜੀ ਉਹ ਹੋ ਚੁੱਕੀ ਹੈ। ਕੁਝ ਖਾਦਾਂ ਦੀ ਵਰਤੋਂ ਜਿਹੜੀ ਸਾਡੇ ਕਿਸਾਨ ਵੀਰਾਂ ਨੇ ਕਰਨੀ ਸੀ ਉਹ ਸ਼ੁਰੂਆਤੀ ਸਮੇਂ ਦੇ ਵਿੱਚ ਕਰ ਲਈ, ਤਾਂ ਇਸ ਸਮੇਂ ਦੇ ਦੌਰਾਨ ਵੀ ਕੋਈ ਖੁਰਾਕੀ ਪ੍ਰਬੰਧ ਨੇ ਜਿਨ੍ਹਾਂ ਦਾ ਉਹਨਾਂ ਨੇ ਖਾਸ ਖਿਆਲ ਰੱਖਿਆ? ਇਹ ਮਤਲਬ ਅਸੀਂ ਅਕਸਰ ਹੁਣੇ ਕਹ ਲਓ ਕਿ ਲਗਾਤਾਰ ਇੱਕ ਹਫ਼ਤੇ ਦੇ ਵਕਫੇ ਤੇ ਜਿਹੜੇ ਹੈਗੇ ਅਸੀਂ ਫਾਰਮਰ ਫੀਲਡ ਵਿਜ਼ਿਟ ਕਰ ਰਹੇ ਹਾਂ ਜੀ। ਜਿਹੜੀਆਂ ਮਤਲਬ ਤੁਸੀਂ ਕਹ ਲਓ ਕਿ ਮਈ ਦੇ ਪਹਿਲੇ ਹਫ਼ਤੇ ਬਿਜਾਈਆਂ ਨੇ ਜੀ, ਉੱਥੇ ਇਹ ਦਿੱਕਤ ਸੀਗੀ ਕਿ ਬਾਰਿਸ਼ਾਂ ਥੋੜੀਆਂ ਲੇਟ ਹੋ ਗਈਆਂ, ਨਹਿਰੀ ਪਾਣੀ ਜਿਹੜਾ ਸਾਨੂੰ ਉਹ ਸਮੇਂ ਸਿਰ ਨਹੀਂ ਮਿਲਿਆ, ਔਰ ਜ਼ਮੀਨ ਦੋਜ਼ ਪਾਣੀ ਜਿਹੜਾ ਹੈਗਾ ਤੁਸੀਂ ਜਾਣਦੇ ਹੋਗੇ ਕਿ ਇਹ ਉਸ ਤਰ੍ਹਾਂ ਦਾ ਕੁਆਲਿਟੀ ਵਾਈਜ਼ ਚੰਗਾ ਨਹੀਂ ਹੈ, ਹਨਾ। ਉਹ ਖਾਰਾ ਪਾਣੀ ਹੈ, ਮਾੜਾ ਪਾਣੀ ਹੈ, ਇਸ ਕਰਕੇ ਕਿ ਸਾਡੇ ਕਿਸਾਨ ਵੀਰਾਂ ਨੇ ਉਹ ਨਰਮੇ ਨੂੰ ਪਾਣੀ ਨਹੀਂ ਲਾਇਆ। ਨਤੀਜਾ ਕੀ ਹੋਇਆ ਕਿ ਜਿੱਥੇ ਪਾਣੀ ਨਹੀਂ ਲੱਗਿਆ, ਔੜ ਲੱਗੀ ਹੈ, ਤੇ ਉਹਨਾਂ ਨੇ ਖੁਰਾਕ ਵੀ ਨਹੀਂ ਪਾਈ, ਨਾਈਟ੍ਰੋਜਨ ਪਾਰਟੀਕੂਲਰ ਯੂਰੀਆ ਖਾਦ ਦੀ ਜਿਹੜੀ ਪਹਿਲੀ ਡੋਜ਼ ਦੇਣੀ ਸੀ ਉਹ ਵੀ ਨਹੀਂ ਦਿੱਤੀ ਗਈ। ਨਤੀਜੇ ਵਜੋਂ ਕੀ ਹੈ ਕਿ ਜਿਹੜਾ ਬੂਟਿਆਂ ਦਾ ਹਲੇ ਕੱਦ ਨਹੀਂ ਹੈਗਾ ਪੂਰਾ, ਬੂਟੇ ਛੋਟੇ ਨੇ, ਫਸਲ ਛੋਟੀ ਹੈ, ਔਰ ਮੋਰ ਓਵਰ ਕੀ ਹੈ ਕਿ ਜਿਹੜਾ ਹੈਗਾ ਸਟ੍ਰੈਸ ਫਲਾਵਰਿੰਗ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਹੈਗਾ ਉਹ ਪਾਣੀ ਦੀ ਔੜ ਵੀ ਮੰਨ ਰਹੇ ਨੇ, ਔਰ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਖੁਰਾਕੀ ਜਿਹੜੀ ਉਹ ਪੱਖੋਂ ਵੀ ਅਸੀਂ ਕਹਿੰਦੇ ਕਿ ਭੁੱਖੇ ਰੱਖਿਆ ਗਿਆ, ਜਿਹਦੇ ਕਰਕੇ ਕਈ ਥਾਵਾਂ ਤੇ ਜਿਹੜੀ ਹੈਗੀ ਉਹ ਮਤਲਬ ਇਸ ਤਰ੍ਹਾਂ ਦੇ ਫੁੱਲ ਆਣੇ ਸ਼ੁਰੂ ਹੋ ਗਏ ਕਿ ਉਹ ਮਤਲਬ ਸਿਹਤਮੰਦ ਰੁਝਾਨ ਨਹੀਂ ਸੀਗਾ ਫਸਲ ਦਾ, ਹਨਾ। ਤਾਂ ਇਸ ਕਰਕੇ ਜਿਹੜਾ ਹੈਗਾ ਮਤਲਬ ਕਿਉਂਕਿ 30-35 ਦਿਨਾਂ ਤੇ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜੇ ਪਾਣੀ ਲਾ ਦਈਏ ਉਸ ਤੋਂ ਬਾਅਦ ਜਿਹੜੀ ਹੈਗੀ ਯੂਰੀਆ ਖਾਦ ਜਿਹੜੀ ਅਸੀਂ ਦੇ ਦਿੰਦੇ ਹਾਂ ਸੀਲਰ ਮਾਰਨ ਤੋਂ ਪਹਿਲਾਂ, ਜਿਹੜੀ ਹੈਗੀ ਉਹ ਰਿਕਮੈਂਡਡ ਡੋਜ਼ ਜਿਹੜੀ ਹੈਗੀ ਆ ਉਹਦਾ ਇੱਕ ਹਿੱਸਾ, ਜੋ ਕਿਉਂਕਿ ਅਸੀਂ ਕਹਿੰਦੇ ਕਿ ਯੂਰੀਆ ਖਾਦ ਦੀ ਜਿਹੜੀ ਹੈਗੀ ਉਹ 3 ਕਿਸ਼ਤਾਂ 'ਚ ਪਾਣੀ ਆ, ਪਹਿਲੀ ਬਿਜਾਈ ਵੇਲੇ ਪਾਣੀ ਆ, ਉਸ ਤੋਂ ਬਾਅਦ ਜਿਹੜੀ ਹੈਗੀ ਆ ਜਦੋਂ ਪਹਿਲਾਂ ਪਾਣੀ ਲਾਤਾ ਉਸ ਤੋਂ ਬਾਅਦ, ਤੇ ਤੀਜੀ ਜਿਹੜੀ ਹੈਗੀ ਜਦੋਂ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਜਿਹੜੇ ਪਹਿਲੀ ਡੋਜ਼ ਜਿਹੜੀ ਆ ਨਾ ਦੇਣ ਕਰਕੇ ਪੌਦੇ ਦਾ ਜਿਹੜਾ ਹੈਗਾ ਪੂਰਾ ਵਿਕਾਸ ਨਹੀਂ ਹੋ ਰਿਹਾ ਔਰ ਕੱਦ ਨਹੀਂ ਕਰ ਰਹੇ, ਔਰ ਉਹਦਾ ਜਿਹੜਾ ਸਾਡੇ ਝਾੜ ਤੇ ਅਸਰ ਜਿਹੜਾ ਹੈਗਾ ਉਹ ਸਾਨੂੰ ਦੇਖਣ ਨੂੰ ਮਿਲੇਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਕਿਸਾਨ ਵੀਰਾਂ ਨਾਲ ਜਦੋਂ ਗੱਲ ਵੀ ਕਰਦੇ ਹਾਂ ਤੇ ਘੱਟ ਤੋਂ ਘੱਟ ਇਸ ਮਾਧਿਅਮ ਜਰੀਏ ਇਹ ਵੀ ਕਿ ਅਗਲੇ ਵਾਰੀ ਜਿਹੜਾ ਹੈਗਾ ਉਹ ਇਹ ਖਿਆਲ ਰੱਖੀਏ ਕਿ ਜਿਹੜਾ ਹੈਗਾ ਜੇ 50 ਜਾਂ 45 ਦਿਨ ਦੀ ਜਾਂ 40 ਦਿਨ ਦੀ ਜਿਹੜੀ ਫਸਲ ਹੋ ਗਈ ਆ ਉਹਨੂੰ ਪਾਣੀ ਲਾ ਕੇ ਯੂਰੀਆ ਖਾਦ ਜਿਹੜੀ ਬਣਦੀ ਡੋਜ਼ ਆ ਉਹ ਜ਼ਰੂਰ ਦਿੱਤੀ ਜਾਵੇ ਜੀ। ਤੇ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਹਨਾਂ ਸਾਰੀਆਂ ਹੀ ਗੱਲਾਂ ਦੇ ਉੱਤੇ ਗੌਰ ਫਰਮਾਉਣਗੇ। ਡਾਕਟਰ ਸਾਹਿਬ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਕਿਸਾਨ ਵੀਰਾਂ ਦੇ ਨਾਲ ਝੋਨੇ ਦੇ ਨਾਲ ਨਰਮੇ ਦੀ ਫਸਲ ਤੇ ਸੰਤੁਲਿਤ ਖਾਦ ਪ੍ਰਬੰਧਨ ਜਾਂ ਕੀ ਖੁਰਾਕੀ ਲੋੜਾਂ ਨੇ ਸਾਉਣੀ ਦੀਆਂ ਫਸਲਾਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ। ਪ੍ਰੋਗਰਾਮ ਕਿਸਾਨ ਵਾਣੀ ਸ਼ੋ ਦਿਓ ਆ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।